तार के मूरत है जग आयो। लोक सुनियो पर लोक सुनियो वेद लोक सुनियो सब दर्शन पायो। संगत पार उतारन काओ गुरु नानक साहिब पंथ चलायो। वाहे गुरु गुरु नानक साहिब तार के मूरत है जग आयो। छाय जाति एकता छाय जाति एकता अनेकता बिलाए जाते होवती को चीलता किताबन कुरान की पाप ही परपक जाते धर्म दसक जाते बरन गरक जाते साहित्य विधान की देवी देव द्योरे संतोख सिंह दूर होते रीत मिट जाती कथा वेदन पुराण की श्री गुरु गोबिंद सिंह पावन परम सूरा श्री गुरु गोबिंद सिंह पावन परम सूर मूर्त न होती जो पै करुणा निधान की जिसमें है अमृत ज्ञान है माणक भगत बैराग श्री गुरु ग्रंथ साहिब उदद बंदो कर अनुराग श्री गुर शब्द कमाए जन जीते पंच विकार तिन संतन कहो बंदना सिर चरणन पर तार एक अंकारा सतगुरु ते प्रसाद सच होए। वाहेगुरु जी की फतेह है विघ्न विनाशन सोए। वाहेगुरु जी की फतेह है विघ्न विनाशन सतनाम श्री वाहेगुरु साहिब जी। चौपाई जो पढ़ कर उपदेश बतावे आप नहीं शुभ कर्म कमावे तिसकी छाया पर है ना किस पे श्रवण करे कुछ होए न तिस पे जो पढ़ कर उपदेश बतावे
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ ਚਵਰ ਤਖਤ ਛਤਰ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ, ਵਾਲੀਏ ਦੋ ਜਹਾਂ ਹਲਤ ਪਲਤ ਦੇ ਰੱਖਿਅਕ, ਧੰਨ 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 ਸਤਿਗੁਰੂ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਜੀ ਦੀ ਅਪਰਿ ਅਪਾਰ ਕਿਰਪਾ ਰਹਿਮਤ ਬਖਸ਼ ਦਾ ਸਦਕਾ ਸ਼੍ਰੀ ਦਸ਼ਮੇਸ਼ ਪਿਤਾ ਜੀ, ਸ਼੍ਰੀ ਕਲਗੀਧਰ ਜੀ, ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਅਰਸ਼ਾਂ ਫਰਸ਼ਾਂ ਦੇ ਮਾਲਕ, ਨੀਲੇ ਦੇ ਸ਼ਾਹੇ ਅਸਵਾਰ, ਦੇਗ ਤੇਗ ਦੇ ਧਨੀ ਮਰਦ ਅਗੰਮੜੇ, ਸ਼ਾਹੇ ਸ਼ਾਹਿਰ ਸ਼ਾਹ, ਧੰਨ 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 ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰਦਿਆਂ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ, ਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਸਦਕਾ ਗੁਰੂ ਬਖਸ਼ੇ ਹੋਏ ਉਦਮੋ ਪੁਰਾਲੇ ਪ੍ਰੇਰਨਾ ਦੁਆਰਾ ਆਪ ਜੀ ਨੇ ਸਾਹਿਬਾਂ ਜੀ ਦੇ ਮਹਾਨ ਅਸਥਾਨ ਦੀ ਹਾਜ਼ਰੀ ਭਰ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਨਤਮਸਤਕ ਹੁੰਦਿਆਂ ਨਮਸਕਾਰ ਕਰਦਿਆਂ ਸਾਹਿਬਾਂ ਜੀ ਦੇ ਦਰਸ਼ਨ ਪਰਸਨ ਕਰਕੇ ਸਤਿਗੁਰੂ ਜੀ ਦੇ ਕੋਲ ਬੈਠ ਕਰਕੇ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਦਿਆਂ ਸਮੇਂ ਨੂੰ ਸਵਾਸਾਂ ਨੂੰ ਸਫਲਿਆ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਪਾਵਨ ਅਸਥਾਨ ਤੇ ਲੜੀਵਾਰ ਸਤਿਗੁਰੂ ਜੀ ਦੇ ਇਤਿਹਾਸ, ਜੀਵਨ ਬਿਰਤਾਂਤ, ਜੀਵਨ ਕੌਤਕਾਂ ਦੀ ਵਿਚਾਰ ਚੱਲ ਰਹੀ ਹੈ। ਪੰਚਮ ਪਾਤਸ਼ਾਹ ਗੁਰਦੇਵ ਧੰਨ 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 ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਰ ਤੇ ਚੱਲ ਕਰਕੇ ਆਏ ਹੋਏ ਜਗਿਆਸੂਆਂ ਨੂੰ, ਪ੍ਰੇਮੀਆਂ ਨੂੰ, ਗੁਰਮੁਖ ਜਨਾਂ ਨੂੰ ਨਾਮ ਬਾਣੀ ਦਾ, ਭਾਵ ਭਗਤੀ ਦਾ, ਸੇਵਾ ਤੇ ਸਿਮਰਨ ਕਰਨ ਦਾ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰਦੇ ਹੋਏ ਗੁਰਸਿੱਖਾਂ ਦੇ ਮਨਾਂ ਵਿੱਚ ਪੈਦਾ ਹੋਏ ਕਈ ਤਰ੍ਹਾਂ ਦੇ ਸ਼ੰਕੇ ਸੰਦੇਹ ਭਰਮਾਂ ਦਾ ਸਮਾਧਾਨ ਕਰਦੇ ਹੋਏ ਨਿਵਰਤੀ ਕਰਦੇ ਹਨ। ਗੁਰਸਿੱਖ ਪਿਆਰੇ ਭਾਈ ਲਾਲਾ ਸੇਠੀ, ਭਾਈ ਚੂੜ, ਭਾਈ ਸਾਈਂ, ਭਾਈ ਨਿਹਾਲੋ ਜੀ ਚੱਲ ਕਰਕੇ ਆਏ। ਬੇਨਤੀ ਕੀਤੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਕਿ ਮਹਾਰਾਜ ਜੀ ਤੁਹਾਡੀ ਬੜੀ ਕਿਰਪਾ ਹੈ। ਲਿਵ ਲਾ ਕਰਕੇ ਸ਼ਬਦ ਦਾ ਗਾਇਨ ਕਰਦੇ ਹਾਂ, ਇੱਕ ਮਨ ਹੋਏ ਹੋ ਕਰਕੇ ਅਰਥ ਸਰਵਨ ਕਰਾਉਂਦੇ ਹਾਂ ਸੰਗਤਾਂ ਨੂੰ। ਜਦੋਂ ਗੁਰੂ ਕੇ ਸ਼ਬਦ ਦੀ ਵਿਚਾਰ ਕੀਤੀ ਜਾਂਦੀ ਮਨ ਦਰਵ ਜਾਂਦਾ, ਕੋਮਲ ਹੋ ਜਾਂਦਾ, ਢਲ ਜਾਂਦਾ ਹੈ। ਅਕਾਲ ਪੁਰਖ ਦੇ ਨਾਮ ਨੂੰ ਸਿਮਰਨ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਹਾਂ। ਸੋ ਜਦੋਂ ਕੋਈ ਐਸਾ ਨਾਮ ਬਾਣੀ ਸਿਮਰਨ ਵਾਲਾ ਕੋਈ ਗੁਰੂ ਕਾ ਬਚਨ ਸੁਣਾਉਂਦਾ ਹੈ ਤਾਂ ਉਹਦੀ ਛਾਇਆ, ਉਹਦਾ ਸਾਇਆ, ਉਹਦਾ ਪ੍ਰਭਾਵ ਸਿੱਖ ਸੰਗਤਾਂ ਕਬੂਲਦੀਆਂ ਹਨ। ਸਿੱਖ ਸੰਗਤਾਂ ਦੇ ਹਿਰਦਿਆਂ 'ਤੇ ਉਸ ਦਾ ਪ੍ਰਭਾਵ ਪੈਂਦਾ ਹੈ। ਉਸ ਦੀ ਛਾਪ ਜਿਹੜੀ ਹੈ ਉਹ ਪੈਂਦੀ, ਅਸਰ ਕਰਦੀ ਹੈ। ਖੋਟੇ ਮਨ ਵੀ ਖਰੇ ਹੋ ਜਾਂਦੇ ਹਨ। ਭਲੇ ਸ਼ੁਭ ਕਰਮ ਕਰਨ ਵਾਸਤੇ ਜੀਵ ਪ੍ਰੇਮ ਧਾਰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਖ ਤੋਂ ਬੋਲੇ ਕਿ ਗੁਰਸਿੱਖ ਪਿਆਰਿਓ, ਜਿਹੜਾ ਮਨੁੱਖ
ਆਪ ਭਲੀ ਕਰਤੂਤ ਕਰਦਾ ਹੈ, ਸ਼ੁਭ ਜੀਵਨ ਦਾ ਕਰਤੱਵ ਆਚਰਨ ਧਾਰਨ ਕਰਦਾ ਹੈ। ਜਦੋਂ ਉਹ ਹੋਰਨਾਂ ਨੂੰ ਉਪਦੇਸ਼ ਦਿੰਦਾ ਹੈ ਤਾਂ ਨਿਸ਼ਚੇ ਨਾਲ ਜਾਣੋ ਉਹ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ, ਕਿਉਂਕਿ ਉਹਨੇ ਆਪ ਹਿਰਦੇ ਵਿੱਚ ਵਸਾਇਆ ਹੁੰਦਾ ਹੈ। ਗੁਰਮਤਿ ਦਾ ਸਿਧਾਂਤ ਹੈ ਕਿ ਪ੍ਰਥਮੇ ਮਨ ਪ੍ਰਬੁੱਧ ਆਪਣਾ ਪਾਛੈ ਅਵਰ ਰਿਝਾਵੈ। ਨਾਲ ਹੀ ਦੱਸ ਦਿੱਤਾ ਹੈ, ਮੁਖ ਤੇ ਪੜਤਾ ਟੀਕਾ ਸਹਿਤ, ਹਿਰਦੇ RAM ਨਹੀਂ ਪੂਰਨ ਰਹਿਤ। ਉਪਦੇਸ਼ ਕਰੇ ਕਰ ਲੋਕ ਦਿਰੜਾਵੈ, ਆਪਣਾ ਕਹਿਆ ਆਪ ਨਾ ਕਮਾਵੈ। ਕਬੀਰ ਅਵਰੇ ਕਉ ਉਪਦੇਸ਼ ਤੇ, ਮੁਖ ਮੈਂ ਪਰ ਹੈ ਰੇਤ। ਰਾਸ ਬਿਰਾਨੀ ਰਾਖਤੇ, ਖਾਇਆ ਘਰ ਕਾ ਖੇਤ। ਇਹ ਉਹਨਾਂ ਪੰਡਾ ਬੁੱਧੀ ਵਿਦਵਾਨਾਂ ਵਾਸਤੇ ਹੈ ਜਿਨ੍ਹਾਂ ਨੇ ਕੇਵਲ ਸੁਣਾਇਆ ਹੈ, ਆਪ ਨਹੀਂ ਕਮਾਇਆ, ਨਿਧਿਆਸਨ ਨਹੀਂ ਕੀਤਾ, ਗੁਰੂ ਦੇ ਸ਼ਬਦ ਤੇ ਭਰੋਸਾ ਨਹੀਂ, ਵਿਸ਼ਵਾਸ ਨਹੀਂ, ਨਿਸ਼ਚਾ ਨਹੀਂ ਆਇਆ। ਤੇ ਸਾਹਿਬਾਂ ਨੇ ਜਦੋਂ ਵਿਦਵਾਨ ਦੀ ਪਰਿਭਾਸ਼ਾ ਦੱਸੀ ਹੈ, ਸੋ ਪੜ੍ਹਿਆ ਸੋ ਪੰਡਤ ਬੀਨਾ, ਜਿਸ ਰਾਮ ਨਾਮ ਗਲਹਾਰ। ਉਹਦੇ ਜੀਵਨ 'ਚ ਬੰਦਗੀ ਹੋਵੇ, ਸਿਮਰਨ ਹੋਵੇ, ਆਪ ਸਤਿਗੁਰੂ ਦੇ ਉੱਪਰ ਭਰੋਸਾ, ਦ੍ਰਿੜ ਨਿਸ਼ਚਾ, ਅਡੋਲ ਵਿਸ਼ਵਾਸ ਰੱਖੇ। ਸੋ ਸਹਿ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਕਿ ਪ੍ਰੇਮੀਓ, ਜਦੋਂ ਕੋਈ ਐਸਾ ਨਿਸ਼ਚਾ ਰੱਖਦਾ ਹੈ, ਤਿਨ ਕੀ ਛਾਇਆ ਸਭ ਪਰ ਜਾਏ, ਸੁਣੇ ਬਾਕ ਜੇ ਹਿਰਦੈ ਬਸਾਏ। ਉਹਦੇ ਉਪਦੇਸ਼ ਦੀ ਛਾਇਆ ਜਿਹੜੀ ਹੈ, ਛਾਇਆ ਦਾ ਅਰਥ ਹੈ ਪ੍ਰਭਾਵ, ਅਸਰ। ਆਮ ਕਹਿ ਦਿੱਤਾ ਜਾਂਦਾ ਕਿਸੇ ਨੂੰ ਜਿਹਨੂੰ ਭੂਤ ਪ੍ਰੇਤ ਦੀ ਛਾਇਆ ਹੈ, ਤੇ ਛਾਇਆ ਦਾ ਭਾਵ ਕੀ ਅਸਰ ਹੈ। ਸੋ ਸਤਿਗੁਰੂ ਦੇ ਉਪਦੇਸ਼ ਦਾ ਵੀ ਅਸਰ ਹੁੰਦਾ ਹੈ, ਸਤਿਗੁਰੂ ਦੀ ਸਿੱਖਿਆ ਹਿਰਦੇ ਵਿੱਚ ਵਸਦੀ ਹੈ। ਜਿਹੜਾ ਬਚਨ ਸੁਣਦਾ ਉਹਨਾਂ ਦੇ ਹਿਰਦੇ ਵਿੱਚ ਲੈ ਜਾਂਦੇ। ਭਾਈ ਨਾਨੂ ਵਰਗੇ ਗੁਰਸਿੱਖ ਬੜੇ ਘਾਲੀ ਪੁਰਸ਼ ਸਨ। ਬਹੁਤਨ ਕੋ ਉਧਾਰ ਸੁ ਕਰੇ, ਤਿਸ ਪਰ ਤੁਕ ਸ਼੍ਰੀ ਮੁਖੋਂ ਉਚਰੇ। ਇਹੋ ਜਿਹਾ ਵਿਅਕਤੀ ਜਿਹਨੇ ਆਪ ਗੁਰੂ ਦਾ ਸ਼ਬਦ ਕਮਾਇਆ, ਉਹ ਬਹੁਤਿਆਂ ਦਾ ਉਧਾਰ ਕਰ ਦਿੰਦਾ, ਭਲਾ ਕਰ ਦਿੰਦਾ ਹੈ। ਉਹਦੇ ਪਰਥਾਏ ਹੀ ਸਾਹਿਬਾਂ ਨੇ ਇਹ ਬਚਨ ਉਚਾਰਨ ਕੀਤੇ ਨੇ, ਪਹਿਲੋਂ ਦੇ ਜੜ ਅੰਦਰ ਜੰਮੈ, ਤਾ ਉੱਪਰ ਹੋਵੇ ਛਾਉ। ਕੋਈ ਵੀ ਬੀਜ ਕਿੰਨਾ ਵੀ ਕੀਮਤੀ ਹੋ ਬੀਜਿਆ ਜਾਏ, ਸੋ ਉਸ ਬੀਜ ਦੀ ਪਹਿਲਾਂ ਜੜ ਧਰਤੀ ਵਿੱਚ ਹੇਠਾਂ ਲੱਗਦੀ ਹੈ, ਫਿਰ ਉੱਪਰ ਨੂੰ ਪੁੰਗਰਦਾ ਹੈ, ਫਿਰ ਅੰਗੂਰ ਫੁੱਟਦਾ ਹੈ। ਜੜ ਬਣ ਕਰਕੇ ਕਰਨ ਤੋਂ ਬਾਅਦ ਹੀ ਟਾਹਣੀਆਂ, ਟਾਹਣੇ, ਪੱਤੇ ਦਰਖਤ ਬਣ ਕੇ ਹਰਿਆ ਭਰਿਆ ਹੁੰਦਾ ਹੈ। ਜੇਕਰ ਥੱਲੇ ਜੜ ਨਹੀਂ ਤਾਂ ਫਿਰ ਪੱਤੇ ਪੱਤੀਆਂ ਵੀ, ਵੱਡੇ ਟਾਹਣੇ ਵੀ ਨਹੀਂ ਬਣਦੇ। ਸੋ ਜੜ ਜ਼ਰੂਰੀ ਹੈ। ਇਸੇ ਤਰ੍ਹਾਂ ਗੁਰੂ ਦੇ ਉਪਦੇਸ਼ ਦੀ ਹਿਰਦੇ 'ਚ ਜੜ ਹੋਣੀ ਬੜੀ ਜ਼ਰੂਰੀ ਹੈ। ਇਹ ਜੜ ਜਿਹੜੀ ਸ਼ਰਧਾ ਦੇ ਆਸਰੇ ਟਿਕਦੀ ਹੈ, ਭਾਵਨਾ ਹੋਵੇ, ਫਿਰ ਹੀ ਉੱਪਰ ਛਾਂ ਹੁੰਦੀ, ਸ਼ੁਭ ਗੁਣਾਂ ਦਾ ਦਰਖਤ ਪੈਦਾ ਹੁੰਦਾ ਹੈ, ਪ੍ਰੇਮ ਦਾ ਬੂਟਾ ਪ੍ਰਫੁੱਲਤ ਹੁੰਦਾ ਹੈ। ਜਿਸ ਪ੍ਰੇਮ ਦੇ ਬੂਟੇ ਵਿੱਚ ਸਮਾਜ ਦੇ ਅੰਦਰ ਸਾਰਿਆਂ ਨੂੰ ਸੁੱਖ ਦੀ ਛਾਂ ਪ੍ਰਾਪਤ ਹੁੰਦੀ, ਕਿਸੇ ਨਾਲ ਕੋਈ ਵਿਤਕਰਾ ਨਹੀਂ, ਕੋਈ ਵੱਖਵਾਦ ਨਹੀਂ, ਕੋਈ ਪੱਖਵਾਦ ਨਹੀਂ, ਕੋਈ ਊਚ ਨੀਚ ਦਾ ਭੇਦਭਾਵ ਨਹੀਂ, ਸਗੋਂ ਅਜਿਹੀ ਬਿਰਤੀ ਬਣਦੀ ਹੈ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਸੋ ਸਤਿਗੁਰੂ ਪਾਤਸ਼ਾਹ ਨੇ ਇਹੋ ਜਿਹੇ ਗੁਰਮੁਖ ਨੂੰ, ਗੁਰਮਤ ਨੂੰ, ਗੁਰਮਤਿ ਸਿਧਾਂਤਾਂ ਨੂੰ ਪਰਨਾਏ ਹੋਏ ਗੁਰੂ ਕੇ ਸਿੱਖ ਦੀ ਵਿਆਖਿਆ ਸਿੱਖਾਂ ਨੂੰ ਕਰਕੇ ਸਮਝਾਈ ਕਿ ਜੋ ਵੀ ਇੱਕ ਇੱਕ ਗੁਰੂ ਕੀ ਬਾਣੀ ਦਾ ਉਪਦੇਸ਼ ਹੈ, ਬਚਨ ਹੈ, ਸਿੱਖਿਆ ਹੈ, ਉਹ ਹਰ ਸਿੱਖ ਵਾਸਤੇ ਪ੍ਰਾਣੀ ਮਾਤਰ ਦੇ ਭਲੇ ਵਾਲਾ ਹੈ। ਤੇ ਚਾਹੀਦਾ ਹੈ ਕਿ ਉਸ ਨੂੰ ਸਮਝ ਕਰਕੇ, ਸੁਣ ਕਰਕੇ, ਮੰਨਣ ਕਰਕੇ ਨਿਧਿਆਸਨ ਕੀਤਾ ਜਾਏ, ਕਮਾਈ ਕੀਤੀ ਜਾਏ। ਤੇ ਕਮਾਈ ਕੀਤਿਆਂ ਹੀ ਜ਼ਿੰਦਗੀ ਦੀ ਬੇੜੀ ਜਿਹੜੀ ਹੈ ਭਵਜਲੋਂ ਪਾਰ ਮੁਕਤੀ ਰੂਪੀ ਕਿਨਾਰੇ ਤੇ ਪਹੁੰਚ ਜਾਂਦੀ ਹੈ।
ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਵੇਂ ਅੱਗੇ ਕਿਰਪਾ ਕਰ ਰਹੇ ਹਨ, ਸ਼ਰਧਾ ਭਾਵਨਾ ਦੇ ਸਹਿਤ ਸਰਵਨ ਕਰੀਏ ਜੀ। ਚੌਪਈ ਜੋ ਪੜ ਕਰ ਉਪਦੇਸ਼ ਬਤਾਵੈ, ਆਪ ਨਹੀਂ ਸ਼ੁਭ ਕਰਮ ਕਮਾਵੈ। ਜਿਹੜਾ ਕੋਈ ਸਿੱਖ ਜਾਂ ਕੋਈ ਪ੍ਰਚਾਰਕ, ਕੋਈ ਕਥਾਕਾਰ, ਕੋਈ ਵੀ ਹੋਵੇ, ਪੜ੍ਹ ਕਰਕੇ ਉਪਦੇਸ਼ ਬਤਾਵੇ। ਬਤਾਉਣ ਤੋਂ ਭਾਵ ਕੀ ਦੱਸਣਾ, ਸੁਣਾਉਣਾ। ਗੁਰੂ ਦਾ ਉਪਦੇਸ਼ ਜਿਹੜਾ ਹੈ ਆਪ ਪੜ੍ਹ ਲਿਆ ਤੇ ਪੜ੍ਹ ਕਰਕੇ ਹੋਰਨਾਂ ਨੂੰ ਦੱਸ ਦਿੱਤਾ, ਪਰੰਤੂ ਆਪ ਨਹੀਂ ਸ਼ੁਭ ਕਰਮ ਕਮਾਵੇ। ਉਸ ਉਪਦੇਸ਼ ਦੇ ਅੰਦਰ ਜੋ ਸ਼ੁਭ ਕਰਮ ਕਰਨ ਦੀ ਪ੍ਰੇਰਣਾ ਹੈ ਕਿ ਭਾਈ ਤੁਸੀਂ ਇਹ ਸ਼ੁਭ ਕਰਮ ਧਾਰਨ ਕਰਨੇ, ਇਹਨਾਂ ਔਗਣਾਂ ਦਾ ਤਿਆਗ ਕਰਨਾ ਹੈ, ਤੇ ਆਪ ਨਹੀਂ ਕਮਾਏ। ਸੋ ਇਹੋ ਜਿਹਾ ਜਿਹੜਾ ਵਿਅਕਤੀ ਹੈ, ਤਿਸ ਕੀ ਛਾਇਆ ਪਰ ਹੈ ਨ ਕਿਸ ਪੈ, ਸ਼ਰਵਨ ਕਰੇ ਕੁਛ ਹੋਏ ਨ ਤਿਸ ਪੈ। ਜਿਹੜਾ ਪੜ੍ਹ ਕਰਕੇ ਹੋਰਨਾਂ ਤੋਂ ਉਪਦੇਸ਼ ਦੱਸੀ ਜਾ ਰਿਹਾ ਹੈ, ਪਰ ਆਪ ਉਸ ਉਪਦੇਸ਼ ਨੂੰ ਜੀਵਨ 'ਚ ਕਮਾ ਕਰਕੇ ਸ਼ੁਭ ਕਰਮ ਨਹੀਂ ਕਮਾਉਂਦਾ, ਨੇਕ ਕਰਮ ਨਹੀਂ ਕਮਾਉਂਦਾ, ਤਿਸ ਕੀ ਛਾਇਆ, ਉਹਦੇ ਉਪਦੇਸ਼ ਦੀ ਜਿਹੜੀ ਸਾਇਆ ਹੈ, ਪ੍ਰਭਾਵ ਹੈ, ਉਹ ਪਰੇ ਨਾ ਕਿਸ ਪੈ, ਕਿਸੇ ਦੇ ਉੱਪਰ ਨਹੀਂ ਪੈਂਦੀ। ਪਰੇ ਦਾ ਅਰਥ ਤੇ ਭਾਵ ਕਿ ਅਸਰ ਨਹੀਂ ਕਰਦੀ, ਕੋਈ ਉਹਦਾ ਅਸਰ ਨਹੀਂ ਕਬੂਲਦਾ। ਸੋ ਪੁਰਾਣੇ ਸਮੇਂ ਦੇ ਵਿੱਚ ਬੜੇ ਘਾਲੀ ਪੁਰਸ਼ ਸਨ, ਗੁਰਮੁਖ ਸਨ। ਭਾਈ ਮਨਸੁਖ ਜਿਹੜਾ ਸੀ, ਉਹ ਕੋਈ ਤਨਖਾਹ ਨਹੀਂ ਸੀ ਲੈਂਦਾ ਕਿ ਉਹ ਪ੍ਰਚਾਰਕ ਸੀ ਗੁਰੂ ਘਰ ਦੇ ਵਿੱਚ, ਕੋਈ ਕਥਾਕਾਰ ਸੀ, ਆਪਣੀ ਕਿਰਤ ਵਿਹਾਰ ਕਰਦਾ ਸੀ। ਸ਼੍ਰੀਨਗਰ ਵਿਖੇ ਗਿਆ, ਸ਼੍ਰੀ ਲੰਕਾ ਵਿਖੇ ਰਾਜੇ ਸ਼ਿਵਨਾਭ ਨੂੰ ਉਹਨੇ ਸਿੱਖ ਬਣਾਤਾ। ਸਾਰਾ ਸ਼੍ਰੀ ਲੰਕਾ ਦੇਸ਼ ਉਸ ਸਮੇਂ ਸਿੱਖੀ ਧਾਰਨ ਕਰ ਲੈਂਦਾ। ਇਹੋ ਜਿਹੇ ਕਰਨੀ ਕਮਾਈ ਵਾਲੇ ਸਿੱਖਾਂ ਦੇ ਮੁਖ ਤੋਂ, ਰਸਨਾ ਤੋਂ, ਹਿਰਦੇ ਤੋਂ ਨਿਕਲੇ ਹੋਏ ਬੋਲ ਜੀਵਨ 'ਚ ਪਲਟਾ ਲਿਆ ਦਿੰਦੇ ਹਨ। ਸੋ ਬਹੁਤੇ ਜਿਹੜੇ ਪ੍ਰਚਾਰਕ ਹਨ, ਉਹਨਾਂ ਦਾ ਅਸਰ ਹੁੰਦਾ ਵਿਅਕਤੀਗਤ ਤੌਰ 'ਤੇ, ਵਿਅਕਤੀ ਤੌਰ 'ਤੇ, ਕੁਛ ਵਕਤ ਵਾਸਤੇ, ਥੋੜ੍ਹੇ ਸਮੇਂ ਵਾਸਤੇ। ਜਿੰਨਾ ਚਿਰ ਸੁਣਿਆ ਬਸ ਉਹਨਾਂ ਚਿਰ ਅਸਰ, ਬਾਅਦ ਵਿੱਚ ਕੋਈ ਅਸਰ, ਕੋਈ ਪ੍ਰਭਾਵ ਨਹੀਂ। ਮਹਾਂਪੁਰਖ ਦੇ ਹਿਰਦੇ ਤੋਂ ਨਿਕਲੇ ਹੋਏ ਬਚਨ ਲੰਮੇ ਸਮੇਂ ਵਾਸਤੇ ਆਪਣੀ ਤਸੀਰ ਰੱਖਦੇ, ਆਪਣਾ ਅਸਰ ਰੱਖਦੇ ਹਨ। ਪਰ ਆਮ ਵਿਅਕਤੀ ਦੇ ਬੋਲ ਜਿਹੜੇ ਨੇ ਉਹ ਵਕਤੀ ਤੌਰ 'ਤੇ ਹੀ ਥੋੜ੍ਹਾ ਬਹੁਤਾ ਅਸਰ ਰੱਖਦੇ ਨੇ, ਬਾਅਦ ਵਿੱਚ ਗੱਲ ਆਈ ਗਈ ਹੋ ਜਾਂਦੀ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੱਸਣ ਲੱਗੇ, ਪ੍ਰੇਮੀਓ, ਜਿਹੜਾ ਆਪ ਉਪਦੇਸ਼ ਨਹੀਂ ਕਮਾਉਂਦਾ, ਉਹਦੇ ਉਪਦੇਸ਼ ਦੀ, ਉਹਦੀ ਸਿੱਖਿਆ ਦੀ ਜਿਹੜੀ ਛਾਇਆ, ਪ੍ਰਭਾਵ, ਅਸਰ ਹੈ, ਪਰੇ ਨਾ ਕਿਸ ਪੈ, ਕਿਸੇ ਦੇ ਉੱਪਰ ਨਹੀਂ ਪੈਂਦਾ। ਸ਼ਰਵਨ ਕਰੇ, ਲੋਕ ਸੁਣ ਲੈਂਦੇ ਨੇ, ਕੁਛ ਹੋਏ ਨਾ ਤਿਸ ਪੈ, ਪਰੰਤੂ ਉਸ ਉਪਦੇਸ਼ ਦਾ ਅਸਰ ਕਿਸੇ ਦੇ ਉੱਪਰ ਕੋਈ ਨਹੀਂ ਹੁੰਦਾ। ਸੁਣਿਆ ਜ਼ਰੂਰ ਜਾਂਦਾ, ਇਹ ਨਹੀਂ ਕਿ ਸੁਣਨ ਵਾਲਿਆਂ ਦੀ ਘਾਟ ਹੈ। ਬੜੇ ਵੱਡੇ ਦੀਵਾਨ ਲਾਏ ਜਾਂਦੇ ਨੇ, ਬੁਲਾਰਿਆਂ ਦੀ ਵੀ ਕੋਈ ਘਾਟ ਨਹੀਂ, ਬੋਲਣ ਵਾਲਿਆਂ ਦੀ। ਗਿਆਨ ਵੀ ਬਹੁਤ ਹੈ, ਪਰ ਕਰਨੀ ਕਰਤੂਤ ਨਹੀਂ ਹੈ। ਜੋ ਜੀਵਨ ਦੇ ਵਿੱਚ ਕਮਾਈ ਗੁਰੂ ਦੇ ਸ਼ਬਦ ਦੀ ਚਾਹੀਦੀ ਹੈ, ਸਾਧਨਾ ਚਾਹੀਦੀ ਹੈ, ਭਾਵ ਭਗਤੀ ਬੰਦਗੀ ਚਾਹੀਦੀ ਹੈ, ਉਹ ਨਹੀਂ ਹੈ। ਉਸ ਗੱਲ ਦੀ ਬੜੀ ਘਾਟ ਹੈ। ਤਕਰੀਬਨ 50-60 ਸਾਲ ਪਹਿਲਾਂ ਇੰਨੀ ਘਾਟ ਨਹੀਂ ਸੀ। ਬਹੁਤ ਕਰਨੀ ਕਮਾਈ ਵਾਲੇ ਗੁਰੂ ਕੇ ਸਿੱਖ ਸਨ। ਅੱਜ ਹਨ ਤਾਂ ਜ਼ਰੂਰ, ਪਰ ਕੋਈ ਟਾਵਾ ਬਿਰਲਾ ਹੈ ਜਿਹਦੇ ਹਿਰਦੇ 'ਚ ਗੁਰੂ ਦਾ ਸ਼ਬਦ ਵਸਿਆ ਹੈ। ਸੋ ਸਾਹਿਬ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕਿ ਸਰਵਣ ਕਰਨ ਵਾਲੇ ਸੁਣ ਜਾਂਦੇ ਨੇ, ਪਰ ਉਹਨਾਂ ਦਾ ਅਸਰ ਕੋਈ ਨਹੀਂ ਹੁੰਦਾ, ਕੋਈ ਪ੍ਰਭਾਵ ਨਹੀਂ ਪੈਂਦਾ ਹੈ। ਇਮ ਸਤਿਗੁਰ ਸੋ ਸਿੱਖ ਸਰਾਹੇ, ਜਿਨ ਕੋ ਪ੍ਰੇਮ ਗੁਰੂ ਪਗ ਮਾਹੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਸਿੱਖ ਸਲਾਹੇ, ਉਹਨਾਂ ਸਿੱਖਾਂ ਦੀ ਸਿਫਤ ਕੀਤੀ, ਵਡਿਆਈ ਕੀਤੀ, ਜਿਨ੍ਹਾਂ ਦਾ ਪ੍ਰੇਮ ਸਤਿਗੁਰੂ ਸਾਹਿਬ ਦੇ ਪਗ ਮਾਹੇ, ਚਰਨਾਂ ਦੇ ਵਿੱਚ ਹੈ। ਗੁਰੂ ਦੇ ਚਰਨਾਂ ਨਾਲ ਜਿਨ੍ਹਾਂ ਦਾ ਪ੍ਰੇਮ ਬਣਿਆ ਹੈ, ਭਾਵਨਾ ਜੁੜੀ ਹੈ, ਉਹਨਾਂ ਸਿੱਖਾਂ ਦੀ ਸਾਹਿਬਾਂ ਨੇ ਆਪਣੇ ਮੁਖ ਮੰਡਲ ਦੁਆਰਾ ਮਹਿਮਾ ਕੀਤੀ, ਵਡਿਆਈ ਕੀਤੀ। ਸੁਨ ਅਪਰਨ ਗੁਣ ਸ਼ੁਭ ਉਰ ਧਾਰੇ, ਚੌਹ ਦਿਸ਼ ਮਹਿ ਗੁਰ ਕੋ ਜੈਕਾਰੇ। ਇਹ ਉਪਦੇਸ਼ ਸੁਣ ਕਰਕੇ, ਸੁਨ ਅਪਰਨ ਗੁਣ ਸ਼ੁਭ
ਸੁਨ ਅਪਰਨ ਗੁਣ ਸ਼ੁਭ ਉਰ ਧਾਰੇ। ਫਲਾਣੇ ਵਿੱਚ ਇੰਨੇ ਗੁਣ ਨੇ, ਇੰਨੀਆਂ ਚੰਗਿਆਈਆਂ ਉਹਦੇ ਵਿੱਚੋਂ ਸੁਣ ਕਰਕੇ, ਅਪਰਨ ਹੁੰਦੇ ਹੋਰਨਾਂ ਕੋਲੋਂ ਸੁਣ ਕੇ ਗੁਣ ਸ਼ੁਭ ਉਰ ਧਾਰੇ। ਹਿਰਦੇ 'ਚ ਆਪ ਸ਼ੁਭ ਗੁਣ ਧਾਰਨ ਕਰਨੇ ਨੇ। ਤਿੰਨਾਂ ਦੇਖ ਮਨ ਚਾਉ ਉਠੰਦਾ, ਹਉ ਕਦ ਪਾਈ ਦਰਸਾਰੇ। ਮਨ 'ਚ ਚਾਹ ਪੈਦਾ ਹੁੰਦਾ ਹੈ, ਇੱਛਾ ਜਨਮ ਲੈਂਦੀ ਹੈ। ਸਭ ਸੁਹਾਗਣ ਮਾਣੇ ਰਲੀਆਂ, ਇੱਕ ਦੇਵ ਰਾਤ ਮੁਰਾਰੀ। ਇੱਕ ਰਾਤ ਕਿਤੇ ਮੈਨੂੰ ਵੀ ਦੇ ਦਵੋ। ਸੁਹਾਗਣਾਂ ਵਾਲੀਆਂ ਗੁਣਵੰਤੀਆਂ ਪਤੀ ਪਰਮਾਤਮਾ ਦੀ ਸੇਜਾ ਤੇ ਆਨੰਦ ਮਾਣਦੀਆਂ, ਆਨੰਦ ਭੋਗਦੀਆਂ ਹਨ। ਸੋ ਮੈਂ ਕਰਮਹੀਨ ਧਨ ਕਰੇ ਬਿਨੰਤੀ, ਕਦ ਨਾਨਕ ਆਵੇ ਵਾਰੀ। ਮੇਰੀ ਵਾਰੀ ਕਦੋਂ ਆਵੇਗੀ? ਮੈਂ ਭਾਗਾਂ ਤੋਂ ਸਖਣੀ, ਸ਼ੁਭ ਕਰਮਾਂ ਤੋਂ ਹੀਣੀ ਹਾਂ। ਤਾਈਏ ਸਾਹਿਬਾਂ ਕਿਹਾ ਹੈ ਕਿ ਰੂਪਹੀਨ ਬੁੱਧ ਬਲਹੀਨੀ, ਮੋਹੇ ਪਰਦੇਸਨ ਦੂਰ ਤੇ ਆਈ। ਕੋਈ ਚੰਗਾ ਸ਼ੁਭ ਗੁਣ ਪੱਲੇ ਨਹੀਂ। ਮੈਂ ਸੋਹਣੀ ਵੀ ਇੰਨੀ ਨਹੀਂ ਕਿ ਕੋਈ ਮੂੰਹ ਹੀ ਸੋਹਣਾ ਵੇਖ ਕੇ ਕਹਿ ਦਵੇ ਕਿ ਆ ਜਾ ਬੈਠ ਇੱਥੇ, ਚੰਗੀ ਲੱਗਦੀ ਹੈ, ਨਹੀਂ। ਜੋ ਜੀਵ ਰੂਪ ਇਸਤਰੀ ਕਹਿ ਰਹੀ ਹੈ ਕਿ ਮੈਂ ਮਾਲਕ ਸੁਆਮੀ ਦੇ ਦਾਰ ਘਰ ਵਿੱਚ ਪ੍ਰਵਾਨ ਨਹੀਂ ਹੈ, ਪ੍ਰਵਾਨ ਨਹੀਂ ਹੋ ਰਹੀ ਹਾਂ। ਇਹ ਮੇਰੇ ਮੰਦੇ ਭਾਗ ਹਨ, ਕਿਉਂਕਿ ਮੇਰੇ ਵਿੱਚ ਕੋਈ ਸ਼ੁਭ ਕਰਮ, ਕੋਈ ਸ਼ੁਭ ਗੁਣ ਨਹੀਂ ਹੈ, ਜਿਸ ਕਰਕੇ ਮੈਂ ਝੂਰਦੀ ਹਾਂ, ਪਛਤਾਉਂਦੀ ਹਾਂ। ਮਾਲਕ ਦੇ ਵਿੱਚ ਕੋਈ ਘਾਟ ਨਹੀਂ। ਉਹ ਸਮਰੱਥ ਹੈ, ਉਹ ਪੂਰਾ ਹੈ, ਉਹ ਦਿਆਲੂ ਹੈ, ਉਹ ਕਿਰਪਾਲੂ ਹੈ, ਉਹ ਪ੍ਰੇਮੀ ਹੈ। ਉਹ ਸਾਰੇ ਗੁਣਾਂ ਦੇ ਨਾਲ ਭਰਿਆ ਹੋਇਆ ਹੈ, ਪਰ ਮੇਰੇ ਵਿੱਚ ਹੀ ਘਾਟਾਂ ਹਨ। ਜਿਨ੍ਹਾਂ ਨੂੰ ਆਪਣੀ ਘਾਟ ਸਮਝ ਪੈ ਗਈ, ਸੁਨ ਅਪਰਨ ਗੁਣ ਸ਼ੁਭ ਉਰ ਧਾਰੇ। ਹੋਰਨਾਂ ਦੇ ਸੋਹਣੇ ਸ਼ੁਭ ਗੁਣ ਸੁਣ ਕਰਕੇ ਆਪਣੇ ਹਿਰਦੇ ਵਿੱਚ ਧਾਰਨ ਕਰਦੇ ਨੇ। ਚਹੁ ਦਿਸ਼ ਮਹਿ ਗੁਰ ਕੋ ਜੈਕਾਰੇ, ਚਵਾਂ ਦਿਸ਼ਾਵਾਂ 'ਚ ਗੁਰੂ ਕੀ ਜੈ ਜੈਕਾਰ ਕਰਦੇ ਨੇ। ਇਹਨੇ ਕਦੀ ਉਹਦਾ ਝੰਡਾ ਚੁੱਕ ਲਿਆ ਤੇ ਕਦੀ ਉਹਦਾ ਝੰਡਾ ਚੁੱਕ ਲਿਆ, ਕਦੀ ਉਸ ਪਾਰਟੀ ਮਗਰ ਤੇ ਕਦੀ ਉਹਦੇ ਮਗਰ। ਨਹੀਂ, ਭਾਈ ਤਿਲਕੇ ਦੀ ਤਰ੍ਹਾਂ ਮੇਸ਼ੇ ਜੋਗੀ ਵਰਗੇ ਪਿੱਟ ਕੇ ਮਰ ਜਾਂਦੇ। ਬੜਾ ਯਤਨ ਕਰਦੇ ਸਿੱਖਾ, ਇੱਕ ਵਾਰੀ ਦਰਵਾਜ਼ਾ ਖੋਲ, ਮੈਂ ਤੇਰੇ ਪੈਰੀਂ ਹੱਥ ਲਾਉਣੇ। ਤੂੰ ਇੰਨਾ ਅਡੋਲ ਨਿਸ਼ਚੇ ਵਾਲਾ, ਇੰਨੇ ਭਰੋਸੇ ਵਾਲਾ। ਮੈਂ ਤਾਂ ਇੱਕ ਵਾਰੀ ਕਿਹਾ ਕਿ ਜਿਹੜਾ ਮੇਰੇ ਦਰਸ਼ਨ ਕਰੇਗਾ ਉਹਨੂੰ 6 ਮਹੀਨਿਆਂ ਦਾ ਸਵਰਗ, ਉਹਨੂੰ ਸਾਲ ਦਾ ਸਵਰਗ ਇੱਥੇ ਦਾ ਲੈਣਾ ਲੱਗੀਆਂ। ਪਰ ਧੰਨ ਤੂੰ, ਧੰਨ ਤੇਰੀ ਕਮਾਈ, ਧੰਨ ਤੇਰਾ ਸਤਿਗੁਰੂ। ਤੇ ਭਾਈ ਸਾਹਿਬ ਨੇ ਕਿਹਾ ਸੀ ਤੇਰੇ ਵਰਗੇ ਪਖੰਡੀਆਂ ਦੇ ਮੈਂ ਮੱਥੇ ਨਹੀਂ ਲੱਗਦਾ। ਮਹੇਸ਼ੇ ਜੋਗੀ ਨੂੰ ਆਉਂਦਾ ਸੁਣ ਕੇ ਉਹਨਾਂ ਨੇ ਦਰਵਾਜ਼ਾ ਹੀ ਬੰਦ ਕਰ ਲਿਆ ਸੀ। ਗੜ੍ਹ ਸ਼ੰਕਰ ਨੇੜੇ ਹੀ, ਬਹੁਤਾ ਕੋਈ ਦੂਰ ਨਹੀਂ ਹੈ। ਇੱਥੋਂ ਦਾ ਰਹਿਣ ਵਾਲਾ ਸਿਦਕੀ ਭਰੋਸੇ ਵਾਲਾ ਗੁਰੂ ਕਾ ਸਿੱਖ ਭਾਈ ਤਿਲਕਾ ਜੀ। ਸੋ ਗੁਰਮੁਖ ਪਿਆਰੇ ਜਿਹੜੇ ਨੇ, ਹੋਰਨਾਂ ਦੇ ਵਿੱਚ ਚੰਗੇ ਸ਼ੁਭ ਗੁਣ ਵੇਖ ਕਰਕੇ ਉਹਨਾਂ ਨੂੰ ਧਾਰਨ ਕਰਦੇ ਨੇ। ਈਰਖਾ ਨਹੀਂ ਕਰਦੇ ਕਿ ਚੰਗਾ ਗੁਣ ਹੈ ਤੇ ਈਰਖਾ ਕਰਨੀ ਸ਼ੁਰੂ ਕਰਦੀ। ਈਰਖਾ ਕੀਤਿਆਂ ਨੇ ਕਦੀ ਕਿਸੇ ਨੂੰ ਕੁਛ ਮਿਲਿਆ। ਹਾਂ, ਉਹ ਗੁਣ ਧਾਰਨ ਕਰ ਲਵੇ ਤੇ ਵਡਿਆਈ ਜ਼ਰੂਰ ਪ੍ਰਾਪਤ ਹੁੰਦੀ ਹੈ। ਚਹੁ ਦਿਸ਼ ਮਹਿ ਗੁਰ ਕੋ ਜੈਕਾਰੇ। ਗੁਰੂ ਕੇ ਸਿੱਖ ਸਾਰੇ ਪਾਸੇ ਗੁਰੂ ਕੀ ਜੈ ਜੈਕਾਰ ਕਰਦੇ, ਸਤਿਗੁਰੂ ਦੀ ਵਡਿਆਈ ਕਰਦੇ ਹਨ। ਦੋਹਰਾ ਇਕ ਰਾਮਾ ਚੰਜੀ ਹੁਤੋ ਸੋਏ ਨੀ ਦੋਏ। ਇੱਕ ਰਾਮਾ ਝੰਜੀ ਹੁਤੋ ਹੇਮੂ ਸੋਇਨੀ ਦੋਏ। ਸੋ ਭਾਈ ਰਾਮਾ ਜੀ ਝੰਜੀ ਇਹਦੀ ਜਾਤ ਗੋਤ ਸੀ। ਦੂਸਰਾ ਭਾਈ ਹੇਮੂ ਜੀ ਇਹਦੀ ਸੋਇਨੀ ਜਾਤ ਸੀ। ਇਹ ਦੋਵੇਂ ਪ੍ਰੇਮੀ ਜਿਹੜੇ ਸਨ। ਜੱਟੂ ਪੰਡਾਰੀ ਤ੍ਰਿਤੀ ਸ਼ਾਹਦਰੇ ਰਹਿ ਸੋਏ। ਜੱਟੂ ਭੰਡਾਰੀ ਤ੍ਰਿਤੀ, ਭਾਈ ਜੱਟੂ ਭੰਡਾਰੀਆ ਜਾਤੀ ਦਾ ਹੈ। ਇਹ ਤੀਜਾ ਸਿੱਖ। ਸ਼ਾਹਦਰਾ ਬੜਾ ਪ੍ਰਸਿੱਧ ਨਗਰ, ਬੜਾ ਪ੍ਰਸਿੱਧ ਪਿੰਡ ਹੈ। ਸ਼ਾਹਦਰੇ ਰਹਿ ਸੋਏ, ਸ਼ਾਹਦਰੇ ਨਗਰ ਦੇ ਵਿੱਚ ਰਹਿੰਦੇ ਹਨ। ਚੌਪਈ ਸ਼੍ਰੀ ਅਰਜਨ ਕੀ ਸ਼ਰਨੀ ਆਏ, ਪਦ ਅਰਬਿੰਦਨ ਸੀਸ ਨਿਵਾਏ। ਪੰਚਮ ਪਾਤਸ਼ਾਹ ਗੁਰਦੇਵ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਹਿ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ। ਸਾਹਿਬਾਂ ਦੇ ਕਮਲ ਸਰੀਖੇ ਚਰਨਾਂ ਦੇ ਉੱਪਰ ਆ ਕਰਕੇ ਸਾਰੇ ਪ੍ਰੇਮੀਆਂ ਸਿੱਖਾਂ ਨੇ ਸੀਸ ਨਵਾਏ, ਮੱਥਾ ਟੇਕਿਆ। ਪ੍ਰਸ਼ਨ ਕਰਿਓ ਹਮ ਸੁਨਤ ਹਮੇਸ਼, ਕੀਰਤਨ ਕਥਾ ਰੁਚਿਰ ਉਪਦੇਸ਼। ਇਹਨਾਂ ਪ੍ਰਸ਼ਨ ਕੀਤਾ ਸਾਹਿਬਾਂ ਨੂੰ
ਮਹਾਰਾਜ ਅਸੀਂ ਕਥਾ ਤੇ ਕੀਰਤਨ ਰੁਚੀ ਨਾਲ ਜੋ ਕਥਾ ਤੇ ਕੀਰਤਨ ਦੇ ਅੰਦਰ ਉਪਦੇਸ਼ ਸਿੱਖਿਆ ਹੈ ਉਸ ਨੂੰ ਹਮ ਸੁਣਤ ਹਮੇਸ਼ ਅਸੀਂ ਹਮੇਸ਼ਾ ਹੀ ਸੁਣਨਾ ਕਰਦੇ ਹਾਂ। ਗੁਰ ਮਹਿ ਨਹਿ ਠਹਿਰਹਿ ਠਹਿਰਾਏ ਕਿਮ ਕਲਿਆਣ ਅੰਤ ਕੋ ਪਾਏ। ਪਰੰਤੂ ਜੋ ਕਥਾ ਕੀਰਤਨ ਦੇ ਅੰਦਰ ਸਤਿਗੁਰੂ ਦਾ ਉਪਦੇਸ਼ ਹੈ ਸਿੱਖਿਆ ਹੈ ਉਹ ਸਾਡੇ ਉਰਮੈ ਨਹਿ ਠਹਿਰ। ਉਰ ਕਹਿੰਦੇ ਹਿਰਦੇ ਨੂੰ ਮਨ ਨੂੰ। ਉਹ ਸਿੱਖਿਆ ਉਪਦੇਸ਼ ਗੁਰੂ ਦਾ ਜੋ ਕਥਾ ਕੀਰਤਨ ਰਾਹੀਂ ਸਾਹਿਬ ਕਹਿ ਰਹੇ ਹੁੰਦੇ ਸਾਡੇ ਨਹੀਂ ਜੇ ਮਨ 'ਚ ਠਹਿਰਦਾ, ਸਾਡੇ ਹਿਰਦੇ 'ਚ ਨਹੀਂ ਉਪਦੇਸ਼ ਵਸਦਾ ਤੇ ਮਹਾਰਾਜ ਫਿਰ ਸਾਡੇ ਵਰਗੇ ਬੰਦੇ ਕਿਵੇਂ ਕਲਿਆਣ ਪ੍ਰਾਪਤ ਕਰ ਸਕਣਗੇ। ਕਿਮ ਕਲਿਆਣ ਅੰਤ ਕੋ ਪਾਏ। ਅੰਤ ਅਖੀਰ ਮਹਾਰਾਜ ਅਸੀਂ ਕਿਵੇਂ ਕਲਿਆਣ ਨੂੰ ਮੁਕਤੀ ਨੂੰ ਪ੍ਰਾਪਤ ਕਰਾਂਗੇ। ਸ਼੍ਰੀ ਮੁਖ ਤੇ ਸ਼ੁਭ ਬਾਕ ਬਖਾਨਾ ਪੂਰਬ ਸੁਨਹਿ ਪ੍ਰੇਮ ਕਰ ਕਾਨਾ। ਸੁਭਾਇਮਾਨ ਸੋਹਣੇ ਮੁਖ ਤੋਂ ਪੰਚਮ ਗੁਰਦੇਵ ਨੇ ਸੋਹਣਾ ਜਿਹਾ ਬਾਕ ਸ਼ੁਭ ਬਚਨ ਜਿਹੜਾ ਸੀ ਬਖਾਨ ਕੀਤਾ ਕਥਨ ਕੀਤਾ। ਸਾਹਿਬਾਂ ਆਖਿਆ ਸਿੱਖੋ ਪੂਰਬ ਸੁਣੇ। ਪਹਿਲਾਂ ਗੁਰੂ ਦਾ ਉਪਦੇਸ਼ ਸਿੱਖਿਆ ਕਥਾ ਕੀਰਤਨ ਸੁਣੇ ਸੁਣਨਾ ਕਰੇ ਕਿਵੇਂ ਪ੍ਰੇਮ ਕਰ ਕਾਨਾ। ਪ੍ਰੇਮ ਕਰਕੇ ਤੇ ਕੰਨ ਦੇ ਕਰਕੇ। ਗੁਰੂ ਸਾਹਿਬ ਨੇ ਤਾਂ ਅਕਾਲ ਪੁਰਖ ਨੂੰ ਵੀ ਇੱਥੋਂ ਤੱਕ ਕਹਿ ਦਿੱਤਾ ਦੇ ਕੰਨ ਸੁਣੋ ਅਰਦਾਸ ਜੀਓ ਮੇਰੀ ਅਰਦਾਸ ਕੰਨ ਦੇ ਕਰਕੇ ਸੁਣਿਆ ਕਰੋ। ਤੇ ਸਾਹਿਬ ਕਹਿੰਦੇ ਪ੍ਰੇਮ ਕਰ ਕਾਨਾ ਕਿ ਗੁਰੂ ਕਾ ਸ਼ਬਦ ਉਪਦੇਸ਼ ਜਿਹੜਾ ਹੈ ਉਹ ਪ੍ਰੇਮ ਰੂਪੀ ਕੰਨਾਂ ਕਰਕੇ ਸੁਣਿਆ ਕਰੋ। ਪ੍ਰੇਮ ਦੇ ਕੰਨਾਂ ਨਾਲ ਭਾਵਨਾ ਦੇ ਕੰਨਾਂ ਨਾਲ ਇਸੇ ਤਰ੍ਹਾਂ ਜਿਹੜੇ ਪ੍ਰਤੱਖ ਕੰਨ ਹਨ ਸੋ ਇਹਨਾਂ ਕੰਨਾਂ ਦੇ ਨਾਲ ਪ੍ਰੇਮ ਭਾਵਨਾ ਦੇ ਨਾਲ ਪਹਿਲਾਂ ਗੁਰੂ ਦਾ ਉਪਦੇਸ਼ ਸੁਣਿਆ ਕਰੋ। ਕਰ ਹੈ ਮਨਨ ਨਿਦਿਆਸਨ ਫੇਰ ਤੀਨੋ ਜਬ ਇਕੱਤਰ ਇਨਹੇਰ। ਤੇ ਫਿਰ ਸੁਣ ਕਰਕੇ ਦੂਜੇ ਨੰਬਰ ਤੇ ਹੈ ਮੰਨਨ ਕਰਨਾ। ਮੰਨਨ ਦਾ ਅਰਥ ਹੁੰਦਾ ਮੰਨ ਲੈਣਾ ਗੁਰੂ ਦਾ ਉਪਦੇਸ਼ ਫਿਰ ਮੰਨਣਾ ਕਰੋ। ਪਹਿਲਾਂ ਪ੍ਰੇਮ ਨਾਲ ਸੁਣੋ ਫਿਰ ਪ੍ਰੇਮ ਦੇ ਨਾਲ ਉਹਦਾ ਮੰਨਨ ਕਰ ਲਓ। ਜੋ ਗੁਰੂ ਨੇ ਕਿਹਾ ਨਾ ਉਹਦਾ ਵਿਸ਼ਲੇਸ਼ਣ ਕਰਨਾ ਨਾ ਸ਼ੁਰੂ ਕਰ ਦਿਓ ਤੇ ਕਿ ਗਲਤ ਕੀ ਕਿਹਾ ਤੇ ਠੀਕ ਕੀ ਕਿਹਾ ਹੈ। ਕਿਉਂਕਿ ਬਹੁਤਾ ਕਰਕੇ ਧਿਆਨ ਇਹ ਹੁੰਦਾ ਕਿ ਕਥਾਕਾਰ ਵਿੱਚ ਗਲਤ ਕੀ ਕਹਿੰਦਾ ਹੈ ਉਹ ਗਲਤੀ ਕੀ ਕਰਦਾ। ਗਲਤੀਆਂ ਨੋਟ ਕਰਨ ਵਾਲੇ ਪਾਸੇ ਬਹੁਤਿਆਂ ਦਾ ਕਈ ਵੀ ਧਿਆਨ ਹੋ ਜਾਂਦਾ। ਇਹ ਨਾ ਵੇਖੋ ਗਲਤ ਕੀ ਹੈ ਸਗੋਂ ਵੇਖੋ ਸਾਡੇ ਭਲੇ ਵਾਲਾ ਕੀ ਹੈ ਮੇਰੀ ਕਲਿਆਣ ਕਰਨ ਵਾਲਾ ਕੀ ਹੈ। ਗੁਰੂ ਦੇ ਉਪਦੇਸ਼ ਵਿੱਚ ਕੁਛ ਗਲਤ ਨਹੀਂ। ਹਾਂ ਸੁਣਾਉਣ ਵਾਲੇ ਵਿੱਚ ਉਹਨੂੰ ਸੁਣਾਉਣ ਦੇ ਢੰਗ ਵਿੱਚ ਗਲਤੀ ਹੋ ਸਕਦੀ ਹੈ ਉਹਦੇ ਵਿੱਚ ਉਨਤਾਈ ਹੋ ਸਕਦੀ ਪਰ ਗੁਰੂ ਦੇ ਉਪਦੇਸ਼ ਵਿੱਚ ਕੋਈ ਘਾਟ ਨਹੀਂ ਹੈ। ਗੁਰੂ ਆਪ ਸਮਰੱਥ ਹੈ ਗੁਰੂ ਦਾ ਉਪਦੇਸ਼ ਵੀ ਸਮਰੱਥ ਹੈ। ਸੋ ਪਹਿਲੇ ਨੰਬਰ ਤੇ ਪ੍ਰੇਮ ਦੇ ਨਾਲ ਸੁਣਨਾ ਕਰੋ। ਦੂਜੇ ਨੰਬਰ ਤੇ ਸੁਣ ਕਰਕੇ ਮੰਨਣ ਕਰੋ। ਮੰਨਣ ਦਾ ਅਰਥ ਕੀ ਮੰਨ ਲੈਣਾ। ਤੀਜੇ ਨੰਬਰ ਤੇ ਨਿਧਿਆਸਨ ਫੇਰ। ਨਿਧਿਆਸਨ ਕੀ ਹੈ ਹੋਰ ਪਾਸਿਓਂ ਮਨ ਦੀਆਂ ਬਿਰਤੀਆਂ ਨੂੰ ਰੋਕ ਕਰਕੇ ਜਿਹਨੂੰ ਸਾਹਿਬਾਂ ਕਿਹਾ ਹੈ ਕਿ ਧਾਵਤ ਵਰਜ ਰਹਾਇਆ ਬਾਹਰ ਜਾਂਦਾ ਠਾਕ ਰਹਾਇਆ। ਮਨ ਜਦੋਂ ਸੰਕਲਪਾਂ ਵਿਕਲਪਾਂ ਵਿਚਾਰਾਂ ਦੇ ਵਹਿਣ ਵਿੱਚ ਵਹਿ ਤੁਰੇ ਉਹਨੂੰ ਵਾਰ-ਵਾਰ ਰੋਕੋ। ਮਨ ਦੀਆਂ ਬਿਰਤੀਆਂ ਨੂੰ ਬਾਹਰ ਮੁਖੀ ਹੋਣ ਤੋਂ ਰੋਕ ਕਰਕੇ ਤਿਆਗ ਕਰਕੇ ਤੇ ਸੰਬਾਲਕ ਦੇ ਨਾਮ ਦੇ ਵਿੱਚ ਜੋੜਨਾ ਉਹਦਾ ਰੂਪ ਹੀ ਹੋ ਜਾਣਾ ਇਹਨੂੰ ਨਿਧਿਆਸਨ ਆਖਿਆ ਜਾਂਦਾ ਹੈ। ਨਿਧਿਆਸਨ ਦਾ ਆਖਰੀ ਅਰਥ ਵਿਦਵਾਨ ਕਰਦੇ ਕਮਾਈ ਸਾਧਨਾ ਕਰਨੀ ਕਮਾਈ ਕਰਨੀ। ਪਹਿਲਾਂ ਸੁਣਨਾ ਫਿਰ ਮੰਨਣਾ ਫਿਰ ਤੀਜੇ ਨੰਬਰ ਤੇ ਨਿਧਿਆਸਨ ਕਰਨਾ ਭਾਵ ਹੈ ਕਮਾਉਣਾ। ਤੇ ਕਮਾਇਆ ਤਦ ਹੀ ਜਾ ਸਕਦਾ ਜੇਕਰ ਮਨ ਹਾਜ਼ਰ ਹੋਵੇਗਾ ਮਨ ਜਿਹੜਾ ਹੈ ਇਕੱਤਰਤ ਹੋਵੇਗਾ ਇਕਾਗਰ ਹੋਵੇਗਾ। ਫਿਰ ਇਕਾਗਰ ਹੋਇਆ ਮਨ ਹੀ ਲੀਨਤਾ ਪ੍ਰਾਪਤ ਕਰ ਸਕੇਗਾ। ਖਿੜੀ ਹੋਈ ਸੁਰਤ ਕਦੀ ਮਾਲਕ ਨਹੀਂ ਵਿੱਚ ਨਹੀਂ ਟਿਕ ਸਕਦੀ। ਸੋ ਸਾਹਿਬ ਕਹਿੰਦੇ ਨੇ ਕਿਸ ਤਰੀਕੇ ਨਾਲ ਭਾਈ ਪ੍ਰੇਮ ਨਾਲ ਸੁਣ ਕੇ ਮੰਨਨ ਕਰਕੇ ਨਿਧਿਆਸਨ ਕਰਿਆ ਕਰੋ। ਜਦੋਂ ਇਹ ਜਬ ਇਕੱਤਰ ਇਨ ਫੇਰ ਜਦੋਂ ਮਨ ਦੀਆਂ ਬਿਰਤੀਆਂ ਨੂੰ ਇਕੱਠੀਆਂ ਹੋਈਆਂ ਵੇਖੋ ਮਨ ਦੇ ਸੰਕਲਪ ਵਿਕਲਪ ਰੁਕ ਜਾਣ ਤਬ ਠਹਿਰੈ ਸਿੱਖ ਕੇ ਉਰ ਮਾਹੇ ਰਹਿ ਵਿਚਾਰਤ ਵਿਸਰੈ ਨਾਹਿ। ਤਦੋਂ ਗੁਰੂ ਦਾ ਉਪਦੇਸ਼ ਸਿੱਖ ਦੇ ਹਿਰਦੇ 'ਚ ਠਹਿਰ ਜਾਵੇਗਾ ਭਾਈ
ਫਿਰ ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਹਿਰਦੇ 'ਚ ਵਸੇਗੀ। ਰਹੇ ਵਿਚਾਰਤ, ਫਿਰ ਉਹ ਉਪਦੇਸ਼ ਸਿੱਖਿਆ ਗੁਰੂ ਦਾ ਸਿੱਖ ਹਮੇਸ਼ਾ ਵਿਚਾਰਦਾ ਰਹੇਗਾ, ਵਿਸਰੇ ਨਾ ਹੈ। ਉਹ ਉਪਦੇਸ਼ ਸਿੱਖਿਆ ਕਦੀ ਵਿਸਰੇਗੀ ਨਹੀਂ, ਕਦੀ ਭੁੱਲੇਗੀ ਨਹੀਂ। ਸ਼ਰਵਨ ਕਰਨ ਹੈ ਦੋਏ ਪ੍ਰਕਾਰ, ਸੁਨ ਹੈ ਸਥਿਤ ਸਤ ਸੰਗ ਮਝਾਰ। ਹੁਣ ਸਰਵਨ ਕਰਨਾ ਵੀ ਦੋ ਤਰ੍ਹਾਂ ਦਾ ਹੈ। ਉਹ ਸਰਵਨ ਕਰਨਾ ਦੋ ਤਰ੍ਹਾਂ ਦਾ ਕੀ ਹੈ? ਸਰਵਨ ਦਾ ਅਰਥ, ਅਖਰੀ ਅਰਥ ਦਾ ਕੰਨ ਹੁੰਦੇ ਨੇ। ਸਰਵਨ ਕੰਨਾਂ ਨੂੰ ਕਹਿੰਦੇ ਹੈ ਇਹ ਸਰਵਨੋ ਮੇਰੇ ਹੋ ਸਾਚੈ ਸੁਣਨੇ ਨੋ ਪਠਾਏ। ਸਰਵਨ ਦਾ ਭਾਵ ਅਰਥ ਹੁੰਦਾ ਸੁਣਨਾ। ਅਸੀਂ ਕਹਿੰਦੇ ਜਿਵੇਂ ਕਿ ਭਾਈ ਬਾਣੀ ਸਰਵਨ ਕਰੋ, ਕਥਾ ਸਰਵਨ ਕਰੋ, ਕੀਰਤਨ ਸਰਵਨ ਕਰੋ, ਤੇ ਸਰਵਨ ਤੋਂ ਭਾਵ ਹੈ ਸੁਣਨਾ ਕਰੋ। ਤੇ ਸੁਣਨਾ ਕਾਹਦੇ ਨਾਲ? ਕੰਨਾਂ ਦੁਆਰਾ। ਤੇ ਸਰਵਨ ਦਾ ਅਰਥ ਹੈ ਕੰਨ। ਸਰਵਨ ਕਰਨ ਹੈ ਦੋਏ ਪ੍ਰਕਾਰ। ਜਿਹੜਾ ਉਪਦੇਸ਼ ਹੈ ਨਾ, ਸੁਣਨਾ ਹੈ, ਦੋ ਤਰ੍ਹਾਂ ਦਾ ਹੁੰਦਾ, ਦੋ ਪ੍ਰਕਾਰ ਦਾ ਹੁੰਦਾ ਹੈ। ਸੁਣੇ ਸਤਿਤ ਸੰਗ ਸਤ ਸੰਗ ਮਝਾਰ। ਪਹਿਲੇ ਤਰ੍ਹਾਂ ਦਾ ਉਪਦੇਸ਼ ਉਹ ਹੈ ਕਿ ਸਾਧ ਸੰਗਤ 'ਚ ਬੈਠ ਕਰਕੇ, ਮਝਾਰ ਹੁੰਦਾ ਵਿੱਚ, ਸਤ ਸੰਗਤ ਵਿੱਚ ਬੈਠ ਕਰਕੇ, ਸਥਿਤ ਦਾ ਅਰਥ ਹੁੰਦਾ ਟਿਕ ਕਰਕੇ। ਇਹ ਨਹੀਂ ਕਿ ਪਾਸੇ ਮਾਰਦਾ ਰਹੇ, ਕਦੀ ਖੱਬੇ ਵੇਖੇ, ਕਦੀ ਸੱਜੇ ਵੇਖੇ, ਕਦੀ ਉੱਪਰ ਵੇਖੇ, ਕਦੀ ਥੱਲੇ ਵੇਖੇ। ਤੇ ਸੁਰਤੀ ਜਿਹੜੀ ਉਹ ਬਾਹਰ ਮੁਖ ਹੋਏ ਕਿ ਖਿੜੀ ਰਵੇ ਕਿ ਕੌਣ ਆਇਆ, ਕੌਣ ਗਿਆ ਹੈ, ਕੌਣ ਬੈਠਿਆ ਤੇ ਕੌਣ ਉੱਠਿਆ ਹੈ। ਜੇਕਰ ਇਸ ਤਰ੍ਹਾਂ ਸੁਰਤੀ ਰਹੀ ਫਿਰ ਧਿਆਨ ਦੇ ਨਾਲ ਨਹੀਂ ਸੁਣਿਆ ਜਾ ਸਕਦਾ। ਹਾਂ, ਸੁਣਨ ਵਾਸਤੇ ਇੰਦਰੀਆਂ ਨੂੰ ਸੰਜਮ ਵਿੱਚ ਰੱਖਣਾ ਪੈਂਦਾ ਹੈ, ਵਸ ਵਿੱਚ ਕਰਨਾ ਪੈਂਦਾ, ਅੱਖਾਂ ਨੂੰ, ਕੰਨਾਂ ਨੂੰ, ਮਨ ਨੂੰ। ਵਿਦਵਾਨ ਸੱਜਣ ਕਹਿੰਦੇ 84% ਮਨ ਦੀ ਜਿਹੜੀ ਸੁਰਤ ਬਿਰਤ ਹੈ, ਇਹਦੇ ਬਾਹਰ ਜਾਣ ਦਾ ਜਿਹੜਾ ਦਰਵਾਜ਼ਾ ਹੈ ਉਹ ਅੱਖਾਂ ਹਨ। ਅੱਖਾਂ ਬੰਦ ਕਰ ਲਈਆਂ ਜਾਣ ਤੇ 84% ਜਿਹੜਾ ਮਨ ਹੈ ਬਾਹਰ ਮੁਖੀ ਹੋਣ ਤੋਂ ਜਿਹੜਾ ਉਹ ਰੁਕ ਜਾਂਦਾ। ਦੌੜ ਭੱਜ ਜਿਹੜੀ ਹੈ ਬਾਹਰ ਦੇ ਵਾਲੇ ਪਾਸੇ, ਜਿਵੇਂ ਸੁਰਤ ਖਿੜਦੀ, ਰੁਕ ਜਾਂਦੀ। 14% ਵਿੱਚ ਕੇਵਲ ਮਨ ਦੇ ਸੰਕਲਪ ਵਿਕਲਪ ਜਿਹੜੇ 16% ਬਾਕੀ ਜਿਹੜੇ ਰਹਿ ਜਾਂਦੇ ਹਨ। ਸੋ ਉਹਨਾਂ ਨੂੰ ਅਭਿਆਸ ਕਰਕੇ ਛੇਤੀ ਰੋਕਿਆ ਜਾ ਸਕਦਾ। ਅਭਿਆਸ ਕਰੀ ਜਾਵੇ, ਚੱਖਾ ਇੱਧਰ ਉੱਧਰ ਨਾਲ ਵੇਖੀ ਜਾਵੇ ਤੇ ਮਨ ਨਹੀਂ ਰੁਕ ਸਕਦਾ। ਇਸ ਵਾਸਤੇ ਸੁਣੇ ਸਥਿਤ ਸਤ ਸੰਗ ਮਝਾਰ। ਸਤ ਸੰਗਤ ਵਿੱਚ ਟਿਕ ਕਰਕੇ, ਬੈਠ ਕਰਕੇ, ਸਾਵਧਾਨ ਹੋ ਕਰਕੇ ਸੁਣਨਾ ਕਰੇ। ਮਨ ਦਹਿ ਦਿਸ਼ ਮਹਿ ਦੌਰਤ ਫਿਰੈ, ਕਹਾ ਕਹਿ ਕੁਛ ਹਿਰਦੈ ਨ ਧਰੈ। ਤੇ ਜੇਕਰ ਬੈਠਾ ਸਤ ਸੰਗਤ ਵਿੱਚ ਹੈ, ਬੈਠਾ ਸਾਧ ਸੰਗਤ ਵਿੱਚ ਹੈ, ਤੇ ਮਨ ਕਿੱਥੇ ਹੈ? ਮਨ ਦਹਿ ਦਿਸ਼, ਦਸਾਂ ਦਿਸ਼ਾਵਾਂ ਦੇ ਵਿੱਚ। ਚਾਰ ਤਾਂ ਪ੍ਰਤੱਖ ਹਨ, ਉੱਤਰ ਦੱਖਣ ਪੂਰਬ ਪੱਛਮ। ਚਾਰ ਇਹਨਾਂ ਦੇ ਵਿਚਲੇ ਕੋਣੇ ਨੇ, ਜਿਹਨੂੰ ਈਸ਼ਤ ਕੋਣ ਮੰਨਿਆ ਜਾਂਦਾ, ਈਮਾਨ ਕੋਣ। ਐਸੀਆਂ ਕੋਣਾਂ ਦੇ ਨਾਮ ਨੇ। ਧਰਤੀ, ਆਕਾਸ਼, ਇਹ 10 ਦਿਸ਼ਾਵਾਂ ਮੰਨੀਆਂ ਜਾਂਦੀਆਂ। ਤੇ ਮਨ ਜਿਹੜਾ ਨਾ, ਮਨ ਕੀਨੋ ਦਹਿ ਦਿਸ ਬਿਸਰਾਮ। ਬਾਣੀ ਵਿੱਚ ਵੀ ਲਿਖ ਦਿੱਤਾ ਕਿ 10 ਦਿਸ਼ਾਵਾਂ ਵਿੱਚ ਜਾ ਕੇ ਮਨ ਜਿਹੜਾ ਤੁਰਿਆ ਫਿਰਦਾ ਹੈ। ਸੁਲਤਾਨਪੁਰ ਸਾਹਿਬ ਦੇ ਕਾਜੀ ਤੇ ਨਵਾਬ ਨੂੰ ਸਾਹਿਬਾਂ ਇਹੋ ਗੱਲ ਕਹੀ ਸੀ, ਹੋ ਠੰਡੇ ਵਿੱਚ ਮਸੀਤ ਨਾ ਮਨ ਠਹਿਰਾਇਆ। ਖਲੋਤੇ ਤਾਂ ਧਾਰਮਿਕ ਸਥਾਨ ਮਸੀਤ ਵਿੱਚ ਹੋ, ਪਰ ਤੁਸੀਂ ਮਨ ਨਹੀਂ ਟਿਕਾਇਆ। ਤੁਹਾਡਾ ਮਨ ਕਿਤੇ ਹੈ। ਕੋਈ ਘੋੜੇ ਖਰੀਦਾ ਫਿਰਦਾ ਕਾਬਲ ਕੰਧਾਰ, ਤੇ ਕਿਸੇ ਨੂੰ ਫਿਕਰ ਹੈ ਕਿ ਘੋੜੀ ਨਵੀਂ ਸੋਈ ਹੈ, ਨਵਾਂ ਵਛੇਰਾ ਜੰਮਿਆ, ਕਿਤੇ ਟੋਏ 'ਚ ਨਾ ਡਿੱਗ ਪਵੇ। ਇਹ ਕਿਹੋ ਜਿਹੇ ਧਰਮ ਦੀ ਸਾਧਨਾ ਹੈ। ਸੋ ਸਹਿਬ ਆਖਣ ਲੱਗੇ, ਮਨ ਦਹਿ ਦਿਸ ਮੈਂ ਦੌਰਤ ਫਿਰੇ। ਸਰਵਨ ਕਰਨਾ ਪਹਿਲੇ ਪ੍ਰਕਾਰ ਦਾ ਉਹ ਹੈ ਕਿ ਸਾਧ ਸੰਗਤ 'ਚ ਆ ਕੇ ਬੈਠ ਗਿਆ ਹੈ, ਪਰੰਤੂ ਮਨ ਜਿਹੜਾ ਹੈ ਉਹ 10 ਦਿਸ਼ਾਵਾਂ ਵਿੱਚ ਦੌੜਦਾ ਭਟਕਦਾ ਫਿਰਦਾ ਹੈ। ਕਹਾਂ ਕਹੇ ਕੁਛ ਹਿਰਦੇ ਨਾ ਧਰੇ। ਉਪਦੇਸ਼ 'ਚ ਗੁਰੂ ਸਾਹਿਬ ਕੀ ਕਹਿ ਰਹੇ ਨੇ, ਇਹ ਕੋਈ ਸਿੱਖਿਆ ਮਨ 'ਚ ਨਹੀਂ ਧਾਰਨ ਕਰਦਾ, ਹਿਰਦੇ 'ਚ ਨਹੀਂ ਵਸਾਉਂਦਾ ਕਿ ਸਤਿਗੁਰੂ ਨੇ ਅੱਜ ਉਪਦੇਸ਼ 'ਚ ਕੀ ਕਿਹਾ ਹੈ। ਹਾਂ, ਆਸੇ ਪਾਸੇ ਕੋਈ ਗੱਲ ਕਹਿ ਦਵੇ ਨਾ, ਉਹ ਯਾਦ ਰਹਿੰਦੀ ਹੈ, ਪਰ ਇੱਥੋਂ ਉੱਠ ਕੇ ਚਲਿਆ ਜਾਵੇ, ਜਾ ਕੇ ਬਾਹਰ ਪੁੱਛਿਆ ਜਾਵੇ ਕਿ ਅੱਜ ਕੀ ਕਥਾ 'ਚ ਆਇਆ ਸੀ, ਬਹੁਤ ਘੱਟ ਚੇਤਾ ਰਹਿੰਦਾ, ਕਿਉਂਕਿ ਬਿਰਤੀ ਇੰਨੀ ਖੂਬੀ ਨਹੀਂ ਹੁੰਦੀ ਕਿ ਉਹ ਯਾਦ ਰੱਖ ਸਕੇ। ਸੋ ਸਾਹਿਬ ਕਹਿੰਦੇ ਨੇ, ਕਹਾਂ ਕਹੇ ਕੁਛ ਹਿਰਦੇ ਨਾ ਧਰਿਓ। ਉਪਦੇਸ਼ 'ਚ ਕੀ ਕਿਹਾ ਗਿਆ ਹੈ, ਗੁਰੂ ਨੇ ਕੀ ਸਿੱਖਿਆ ਦਿੱਤੀ ਹੈ,
ਉਹ ਮਨ 'ਚ ਨਹੀਂ ਧਾਰਨ ਕਰਦਾ। ਤਨਿਕ ਪੁੰਨ ਇਸ ਸ਼ਰਵਨ ਬਖਾਨ, ਜਾਨੋ ਭੂਤਨ ਅਗਨ ਸਮਾਨ। ਤੇ ਆ ਜਿਹੜਾ ਸਰਵਨ ਕਰਨਾ ਨਾ, ਬੈਠਾ ਸਤ ਸੰਗਤ ਵਿੱਚ ਹੈ, ਮਨ ਦਸਾਂ ਦਿਸ਼ਾਵਾਂ 'ਚ ਦੌੜਦਾ ਫਿਰਦਾ ਹੈ। ਉਪਦੇਸ਼ ਵਿੱਚ ਕੀ ਗੁਰੂ ਸਾਹਿਬ ਕਹਿ ਰਹੇ ਨੇ, ਨਹੀਂ ਮਨ 'ਚ ਵਸਾਉਂਦਾ। ਇਹਦਾ ਜਿਹੜਾ ਮਹਾਤਮ ਹੈ ਨਾ, ਇਹ ਸਾਹਿਬਾਂ ਦੱਸ ਦਿੱਤਾ ਹੈ। ਤਨਕ ਪੁੰਨ ਇਸ ਸਰਵਨ ਬਖਾਨ। ਭਾਈ ਆ ਜਿਹੜਾ ਇਸ ਤਰ੍ਹਾਂ ਸਰਵਨ ਕਰਨਾ ਨਾ, ਕਿ ਕਦੀ ਕੋਈ ਪੰਕਤੀ ਦੀ ਵਿਆਖਿਆ ਸੁਣ ਲਈ ਤੇ ਕਦੀ ਮਨ ਕਿਸੇ ਪਾਸੇ, ਕਦੀ ਸੰਕਲਪ ਵਿੱਚ, ਕਦੀ ਕਿਸੇ ਪਾਸੇ। ਜਿਹੜਾ ਇਸ ਤਰ੍ਹਾਂ ਦਾ ਸੁਣਨਾ ਨਾ, ਇਹਦਾ ਪੁੰਨ ਜਿਹੜਾ ਹੈ ਤਨਕ ਪੁੰਨ। ਪੁੰਨ ਦਾ ਅਰਥ ਹੈ ਮਹਾਤਮ, ਫਲਾਦੇਸ਼, ਲਾਭ। ਇਹਦਾ ਬੜਾ ਥੋੜਾ ਪੁੰਨ ਮਿਲਦਾ ਹੈ, ਇਹਦਾ ਬੜਾ ਘੱਟ ਲਾਭ ਮਿਲਦਾ ਹੈ। ਤੇ ਇਹਦਾ ਲਾਭ ਕਿੰਨਾ ਕੁ ਹੈ? ਜਾਨੋ ਭੂਤਨ ਅਗਨ ਸਮਾਨ। ਇਹ ਭੂਤਾਂ ਦੀ ਅੱਗ ਦੇ ਸਮਾਨ ਲਾਭ ਜਾਣੋ, ਬਹੁਤਾ ਲੰਮਾ ਸਮਾਂ ਫਲ ਦੇਣ ਵਾਲਾ ਨਹੀਂ। ਹੁਣ ਭੂਤਾਂ ਦੀ ਅੱਗ ਜਿਹੜੀ ਮੰਨੀ ਹੈ, ਉਹ ਬਿਲਕੁਲ ਥੋੜੇ ਸਮੇਂ ਦੀ ਮੰਨੀ ਹੈ, ਝੂਠੀ ਤੇ ਨਾਸ਼ਵੰਤੀ ਮੰਨੀ ਜਾਂਦੀ ਹੈ। ਆਮ ਹੀ ਮੁਹਾਵਰਾ ਵਰਤਿਆ ਜਾਂਦਾ, ਭੂਤਾਂ ਦੀ ਅੱਗ। ਸੋ ਜਿਹੜੀ ਭੂਤਾਂ ਦੀ ਅੱਗ ਹੈ, ਉਹ ਕਿਸੇ ਦਾ ਸਵਾਰ ਕੁਛ ਨਹੀਂ ਸਕਦੀ। ਕਿ ਕੋਈ ਕਹੇ ਜੀ ਇਹ ਅੱਗ ਤੇ ਰੋਟੀਆਂ ਪਕਾ ਕੇ ਖਾ ਲਵਾਂ, ਇਸ ਅੱਗ ਤੋਂ ਆਹ ਕੰਮ ਲੈ ਲਵਾਂ, ਨਹੀਂ। ਸੋ ਸਾਹਿਬ ਦੱਸਣ ਲੱਗੇ, ਜਾਨੋ ਭੂਤਨ ਅਗਨ ਸਮਾਨ। ਭੂਤਾਂ ਦੀ ਅਗਨ ਸਮਾਨ ਇਸ ਦਾ ਫਲ ਜਿਹੜਾ ਉਹ ਸਮਝਣਾ ਕਰੋ। ਪਾਪ ਦਗਦ ਨਹਿ ਇਸ ਤੇ ਹੋਏ, ਇਕ ਮਨ ਹੋਏ ਸੁਨਹਿ ਸਿੱਖ ਜੋਏ। ਤੇ ਝੂਠਾਂ ਜਿਹੜੀ ਭੂਤਾਂ ਦੀ ਅੱਗ ਹੈ, ਬਲਦੀ ਜ਼ਰੂਰ ਦਿਸਦੀ ਹੈ, ਰੰਗ ਵੀ ਉਹਦਾ ਉਸੇ ਤਰ੍ਹਾਂ ਹੁੰਦਾ ਹੈ, ਪਰ ਸਵਾਰਦੀ ਕਿਸੇ ਦਾ ਕੱਖ ਨਹੀਂ ਹੈ। ਦਗਦ ਨਹਿ ਹੋਏ ਇਸ ਤੇ ਜਿਹੜੇ ਪਾਪ ਹੈ ਨਾ, ਉਹ ਥੋੜੇ ਪੁੰਨਾਂ ਦੇ ਨਾਲ ਨਹੀਂ ਸੜਦੇ, ਨਹੀਂ ਦਗਦ ਹੁੰਦੇ। ਜਿਵੇਂ ਭੂਤਾਂ ਦੀ ਅੱਗ ਦੇ ਨਾਲ ਕੋਈ ਸੜ ਨਹੀਂ ਨਾ ਸਕਦਾ, ਡਰਦੇ ਭਾਵੇਂ ਬਥੇਰੇ ਨੇ, ਇਸੇ ਤਰ੍ਹਾਂ ਹੀ ਪਾਪ ਦਗਦ ਨਹਿ ਇਸ ਤੇ ਹੋਏ। ਜਿਹੜਾ ਸਰਵਨ ਕਰਨ ਦਾ ਥੋੜਾ ਮਹਾਤਮ, ਥੋੜਾ ਫਲਾਦੇਸ਼, ਉਹਦੇ ਨਾਲ ਪਾਪ ਜਿਹੜੇ ਨਹੀਂ ਸੜਦੇ। ਇੱਕ ਮਨ ਹੋਏ ਸੁਣੇ ਸਿੱਖ ਜੋਏ। ਦੂਸਰਾ ਸੁਣਨਾ ਉਹ ਹੈ ਕਿ ਜਿਹੜਾ ਸਿੱਖ ਇੱਕ ਮਨ ਇੱਕ ਚਿੱਤ ਹੋ ਕਰਕੇ ਸੁਣੇ। ਜਿਵੇਂ ਸਾਹਿਬ ਤੀਜੇ ਸਤਿਗੁਰੂ ਨੇ ਆਖਿਆ, ਇਹ ਮਨ ਹਰ ਜੀ ਧਿਆਏ, ਤੂੰ ਇੱਕ ਮਨ ਇੱਕ ਚਿੱਤ ਭਾਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ, ਨਾ ਪਛੋਤਾਏ। ਸੋ ਇੱਕ ਉਹ ਸੁਣਨਾ ਇੱਕ ਮਨ ਇੱਕ ਚਿੱਤ ਹੋ ਕਰਕੇ, ਇਹ ਦੂਸਰੇ ਤਰ੍ਹਾਂ ਦਾ ਸਰਵਨ ਕਰਨਾ ਹੈ। ਸੋ ਚੁੱਲੇ ਕੀ ਅਗਨ ਵਿਚਾਰ, ਸਭ ਕਾਰਜ ਕੋ ਦੇਤ ਸਵਾਰ। ਤੇ ਇਹ ਜਿਹੜਾ ਸਰਵਨ ਕਰਨਾ ਦੂਜੇ ਤਰ੍ਹਾਂ ਦਾ, ਇਹ ਚੁੱਲ੍ਹੇ ਦੀ ਅੱਗ ਦੇ ਸਮਾਨ ਵਿਚਾਰ ਲੈਣਾ ਕਰੋ। ਤੇ ਚੁੱਲ੍ਹੇ ਦੀ ਅੱਗ ਕੀ ਕਰਦੀ ਹੈ? ਸਭ ਕਾਰਜ ਕੋ ਦੇ ਸਵਾ, ਸਾਰੇ ਕਾਰਜਾਂ ਨੂੰ ਸਵਾਰ ਦਿੰਦੀ ਹੈ। ਜੇ ਕਰ ਤਿਸ ਪਰ ਜਲ ਦੇ ਪਾਏ, ਬੁਝ ਹੈ ਤੁਰਤ ਨਹਿ ਤਪਤ ਰਹਾਏ। ਤੇ ਜੇਕਰ ਕਿਸੇ ਨੇ ਰੋਟੀ ਪਾਣੀ ਪਕਾ ਲਿਆ, ਲੰਗਰ ਪ੍ਰਸ਼ਾਦ ਲਾ ਲਿਆ ਹੈ ਚੁੱਲ੍ਹੇ ਤੇ ਲੋਹ ਤੇ, ਫਿਰ ਅੱਗ ਜਿਹੜੀ ਨਹੀਂ ਚਾਹੀਦੀ ਉੱਤੇ ਪਾਣੀ ਪਾ ਦਿੱਤਾ ਜਾਵੇ ਤੇ ਅੱਗ ਬੁਝ ਜਾਂਦੀ ਹੈ। ਬੁਝੇ ਤੁਰਤ ਨੇ ਤਪਤ ਰਹਾਇਓ। ਅੱਗ ਜਿਹੜੀ ਹੈ ਤੁਰੰਤ ਬੁਝ ਜਾਂਦੀ ਹੈ, ਫਿਰ ਅੱਗ ਨਹੀਂ ਬਲਦੀ ਰਹਿੰਦੀ। ਅੱਗ ਨੇ ਕੰਮ ਵੀ ਸਵਾਰ ਦਿੱਤਾ, ਰੋਟੀ ਪ੍ਰਸ਼ਾਦਾ ਵੀ ਉਹਦੇ ਤੇ ਤਿਆਰ ਹੋ ਗਿਆ, ਤੇ ਜਦੋਂ ਨਹੀਂ ਲੋੜ ਉਦੋਂ ਬੁਝਾ ਵੀ ਦਿੱਤੀ। ਸੋ ਇਸ ਤਰ੍ਹਾਂ ਜਿਹੜਾ ਦੂਜੇ ਤਰ੍ਹਾਂ ਦਾ ਸਰਵਨ ਕਰਨਾ ਹੈ, ਉਹ ਚੁੱਲ੍ਹੇ ਦੀ ਅੱਗ ਦੀ ਤਰ੍ਹਾਂ ਜ਼ਿੰਦਗੀ ਦਾ ਕਾਰਜ ਸਵਾਰਨ ਵਾਲਾ ਹੈ। ਤਿਮ ਕਰ ਕੇ ਕਾਰਜ ਪਰ ਜਾਏ, ਸਤ ਨਾਮ ਕੋ ਦੇ ਬਿਸਰਾਏ। ਤੇ ਇਸ ਤਰ੍ਹਾਂ ਜਦੋਂ ਘਰ ਦੇ ਕਾਰਜ ਬੰਦੇ ਦੇ ਪੈ ਜਾਂਦੇ ਨਾ, ਬੰਦੇ ਦਾ ਮਨ ਜਿਹੜਾ ਮੈਕੀ ਧੰਦਿਆਂ ਕੰਮਾਂ ਕਾਰਾਂ ਵਿੱਚ ਜਦੋਂ ਫਸ ਜਾਂਦਾ ਹੈ, ਉਹ ਕੰਮ ਜਿਹੜੇ ਨਾ ਫਿਰ ਸਤਨਾਮ ਕੋ ਦੇ ਬਿਸਰਾਏ, ਸਤਨਾਮ ਵਾਹਿਗੁਰੂ ਦਾ ਨਾਮ ਭੁਲਾ ਦਿੰਦੇ ਨੇ। ਇਹ ਦੂਜੇ ਤਰ੍ਹਾਂ ਦੇ ਸਰਵਨ ਦਾ ਜ਼ਿਕਰ ਕਰ ਰਹੇ ਨੇ। ਇਹਦਾ ਜ਼ਿਕਰ ਬਾਣੀ 'ਚ ਵੀ ਕੀਤਾ ਬਾਬਾ ਕਬੀਰ ਸਾਹਿਬ ਜੀ ਨੇ, ਜਬ ਲਗ ਤਾਗਾ ਬਾਹੋ ਬੇਹੀ, ਤਬ ਲਗ ਬਿਸਰੇ ਰਾਮ ਸਰੇ। ਜਦੋਂ ਮੈਂ ਤਾਣਾ ਪੇਟਾ ਪਾਉਣਾ ਨਾ, ਉਦੋਂ ਮੇਰਾ ਧਿਆਨ ਉਸ ਪਾਸੇ ਹੋ ਜਾਂਦਾ। ਕਈ ਵਾਰੀ ਨਲਕੀ 'ਚ ਫੂਕ ਮਾਰਨੀ ਪੈਂਦੀ ਧਾਗਾ ਇੱਧਰ ਉੱਧਰ ਕਰਨ ਵਾਸਤੇ, ਪਾਉਣ ਵਾਸਤੇ, ਤੇ ਉਹਨਾਂ ਕੁ ਸਮਾਂ ਰੱਬ ਭੁੱਲ ਜਾਂਦਾ ਹੈ। ਇਹ ਉਹ ਪਹਿਲੀ ਅਵਸਥਾ ਦਾ ਜ਼ਿਕਰ ਕੀਤਾ ਹੈ। ਸੋ ਭਾਵ ਕਿ ਜਦੋਂ ਕੰਮ ਵਾਲੇ ਪਾਸੇ ਧਿਆਨ ਹੋ ਜਾਵੇ ਨਾ, ਉਦੋਂ ਵਿਸਰ ਜਾਂਦਾ ਹੈ।
ਤਿਮ ਘਰ ਕੇ ਕਾਜ ਪਰ ਜਾਏ। ਤਿਵੇਂ ਜਦੋਂ ਘਰ ਦੇ ਕੰਮ ਧੰਦੇ ਮਨੁੱਖ ਦੇ ਮਨ ਉੱਪਰ ਆਪਣਾ ਪ੍ਰਭਾਵ ਪਾ ਦਿੰਦੇ ਨੇ ਤੇ ਸਤਿਨਾਮ ਵਾਹਿਗੁਰੂ ਦਾ ਸਿਮਰਨ ਜਿਹੜਾ ਵਿਸਰ ਜਾਂਦਾ, ਭੁੱਲ ਜਾਂਦਾ ਹੈ। ਸ਼ਰਵਨ ਪਿਛਾਰੀ ਮਨਨ ਜੇ ਹੋਏ, ਪਾਵਕ ਤੜਿਤਾ ਕੀ ਸਮ ਸੋਏ। ਇਹ ਤੁਹਾਨੂੰ ਦੋ ਤਰ੍ਹਾਂ ਦਾ ਸਰਵਨ ਦੱਸਿਆ ਹੈ, ਇੱਕ ਭੂਤਾਂ ਦੀ ਅੱਗ ਤਰ੍ਹਾਂ ਦਾ ਤੇ ਇੱਕ ਚੁੱਲ੍ਹੇ ਦੀ ਅੱਗ ਤਰ੍ਹਾਂ ਦਾ, ਕੁਛ ਸਵਾਰਨ ਵਾਲਾ ਤੇ ਇੱਕ ਕੇਵਲ ਵਿਖਾਵੇ ਵਾਲਾ। ਅੱਗੇ ਹੋ ਤੁਸੀਂ ਮੰਨਣ ਬਾਰੇ ਸਮਝ ਲਵੋ। ਸਰਵਨ ਤੋਂ ਅਗਲੀ ਸਟੇਜ ਹੈ ਮੰਨਣ ਦੀ। ਸਰਵਨ ਪਿਛਾਰੀ ਮੰਨਣ ਜੇ ਹੋਏ, ਸਰਵਨ ਕਰਕੇ ਫਿਰ ਜੇਕਰ ਮੰਨ ਲਿਆ ਜਾਵੇ, ਧਾਰਨ ਕਰ ਲਿਆ ਜਾਏ, ਪਾਵਕ ਤੜਤਾ ਕੀ ਸਮ ਸੋਏ। ਉਹ ਜਿਹੜਾ ਮੰਨਣ ਕਰਨਾ ਨਾ, ਉਹ ਸਮਝ ਲਵੋ ਤੜਤਾ ਕੀ ਸਮ। ਤੜਤਾ ਕਹਿੰਦੇ ਨੇ ਬਿਜਲੀ ਨੂੰ, ਸੋ ਉਹ ਬਿਜਲੀ ਦੀ ਅਗਨੀ ਦੇ ਸਮਾਨ ਹੈ। ਜਲ ਅਸੰਖ ਮੈਂ ਬਾਸੋ ਤਾਹੇ, ਤੇਜ ਹਾਨ ਕਰ ਬੁਝੈ ਸੁਨਾਹੇ। ਤੇ ਉਸ ਅੱਗ ਦਾ ਜਿਹੜਾ ਅਸੰਖ ਜਲ ਸਮੁੰਦਰ ਹੈ, ਬੇਅੰਤ ਜਲ ਜਿੱਥੇ ਉੱਥੇ ਵਾਸਾ ਹੈ। ਤੇਜ ਹਾਨ ਕਰ ਬੁਝੇ ਨਾ ਹੈ। ਸਮੁੰਦਰ ਦਾ ਲੱਖਾਂ ਕੁਆਂਟਲ ਪਾਣੀ ਰੋਜ਼ਾਨਾ ਹੀ ਉਸ ਅੱਗ ਸਾੜਦੀ, ਜਿਹਨੂੰ ਬੜਵਾ ਨਾਲ ਵੀ ਕਹਿ ਦਿੰਦੇ ਨੇ ਸਮੁੰਦਰ ਦੀ ਅੱਗ ਨੂੰ। ਸੋ ਉਹ ਸਾੜ ਦਿੰਦੀ ਹੈ ਪਰ ਆਪ ਨਹੀਂ ਬੁਝਦੀ। ਬੜੇ ਵੱਡੇ ਵੱਡੇ ਪਹਾੜ ਜਦੋਂ ਜਵਾਲਾ ਫੁੱਟਦਾ ਤੇ ਉਹ ਐਂ ਰਾਖ ਹੋ ਜਾਂਦੇ ਨੇ, ਉਹ ਅੱਗ ਜਿਹੜੀ ਬੁਝਣ ਦਾ ਨਾਂ ਹੀ ਨਹੀਂ ਲੈਂਦੀ। ਸੋ ਇਸ ਤਰ੍ਹਾਂ ਜਲ ਅਸੰਖ ਮੈਂ ਬਾਸੋ ਤਾਹੇ, ਜਿਹੜੀ ਬਿਜਲੀ ਹੈ, ਬਿਜਲੀ ਅਗਨੀ ਹੈ, ਜਿਹਨੂੰ ਬੜਵਾ ਨਾਲ ਆਖਿਆ, ਉਹਦਾ ਪਾਣੀ ਵਿੱਚ ਵਾਸਾ ਹੈ। ਉਹ ਤੇਜ ਹਾਨ ਕਰ ਬੁਝੇ ਨਾ ਹੈ। ਸੋ ਉਹਦਾ ਤੇਜ ਹਾਨ ਨਹੀਂ ਹੁੰਦਾ। ਪਾਣੀ ਦਾ ਤਾਂ ਨੁਕਸਾਨ ਉਹ ਕਰਦੀ ਪਰ ਉਹ ਆਪ ਨਹੀਂ ਬੁਝਦੀ, ਉਹਦਾ ਤੇਜ ਖਤਮ ਨਹੀਂ ਹੁੰਦਾ। ਕਰ ਕੈ ਸ਼ਰਵਨ ਜੋ ਧਰੈ ਵਿਚਾਰੇ, ਕਾਜ ਕਰਤ ਸੋ ਨਹੀਂ ਬਿਸਾਰੇ। ਤੇ ਜਿਹੜਾ ਸਰਵਣ ਕਰਕੇ ਤੇ ਫਿਰ ਧਾਰਨ ਕਰਦਾ ਨਾ, ਜੋ ਧਰੇ ਵਿਚਾਰੇ, ਮੰਨਣ ਕਰਕੇ ਵਿਚਾਰਦਾ ਹੈ, ਉਹਨੂੰ ਦੁਨੀਆ ਦੇ ਕਾਜ ਕਰਤ ਕੰਮ ਧੰਦੇ ਕਰਦਿਆਂ ਸੋ ਨਹੀਂ ਵਿਸਾਰੇ। ਉਹ ਪ੍ਰਮਾਤਮਾ ਦੇ ਨਾਮ ਨੂੰ ਨਹੀਂ ਵਿਸਾਰਦਾ, ਉਹਨੂੰ ਨਾਮ ਨਹੀਂ ਭੁੱਲਦਾ। ਉਹ ਫਿਰ ਇਸ ਤਰੀਕੇ ਦੇ ਨਾਲ, ਜਿਵੇਂ ਮਹਾਂਪੁਰਖਾਂ ਦੱਸਿਆ, ਭਗਤ ਤਰਲੋਚਨ ਜੀ ਨੂੰ ਸ਼ੱਕ ਪਿਆ, ਭੁਲੇਖਾ ਲੱਗਾ, ਮਿੱਤਰ ਬੜਾ ਪਿਆਰਾ ਹੈ, ਇਹਨੂੰ ਚੰਗੀ ਗੱਲ ਦੱਸ ਦਵਾਂ। ਤਾਂ ਉਹਨਾਂ ਨੇ ਵੇਖ ਕੇ ਕਹਿ ਦਿੱਤਾ ਸੀ ਕਿ ਨਾਮਾ ਮਾਇਆ ਮੋਹਿਆ, ਕਹੇ ਤਰਲੋਚਨ ਮੀਤ, ਕਾਹੇ ਛਿਪੋ ਛਾਇਲੇ, ਰਾਮ ਨਾ ਲਾਵੋ ਚੀਤ। ਆਹ ਕੀ ਕਰਦੇ ਪਏ ਹੋ, ਕੱਪੜੇ ਛਾਪੀ ਜਾ ਰਹੇ, ਰੰਗੀ ਜਾ ਰਹੇ ਹੋ। ਤਾਂ ਉਹਨਾਂ ਨੇ ਅੱਗੋਂ ਆਖਿਆ, ਨਾਮਾ ਕਹੇ ਤਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਹੁਣ ਚਿੱਤ ਨੇ ਥੋੜਾ ਕੋਈ ਹੱਥਾਂ ਪੈਰਾਂ ਦੀ ਤਰ੍ਹਾਂ ਕੰਮ ਕਰਨਾ, ਚਿੱਤ ਨਿਰੰਕਾਰ ਦੇ ਨਾਲ ਜੁੜਨਾ ਚਾਹੀਦਾ। ਹੱਥਾਂ ਪੈਰਾਂ ਨਾਲ ਕੰਮ ਕਰੋ, ਕਿਸੇ ਤੇ ਬੋਝ ਨਾ ਬਣੋ। ਸੋ ਕਰਕੇ ਸ਼ਰਮਨ ਜੋ ਧਰੇ ਵਿਚਾਰੇ, ਕਾਜ ਕਰਤ ਸੋ ਨਹਿ ਵਿਚਾਰੇ। ਜਿਹੜਾ ਭਾਵਨਾ ਨਾਲ ਸਰਵਨ ਕਰਕੇ, ਸ਼ਰਧਾ ਨਾਲ ਸਰਵਨ ਕਰਕੇ ਫਿਰ ਹਿੱਤ 'ਚ ਧਾਰਦਾ ਹੈ, ਉਹ ਦੁਨੀਆ ਦੇ ਕੰਮ ਧੰਦੇ ਕਰਦਾ ਹੋਇਆ ਮਾਲਕ ਦਾ ਨਾਮ ਕਦੀ ਭੁੱਲਣ ਨਹੀਂ ਦਿੰਦਾ, ਉਹਨੂੰ ਨਾਮ ਕਦੀ ਵਿਸਰਦਾ ਨਹੀਂ ਹੈ। ਰਾਖੈ ਸਿਮਰਨ ਸੋ ਸਭ ਕਾਲ, ਜੇ ਨਿਦ ਆਸਨ ਕਰਹਿ ਸੰਭਾਲ। ਇਹੋ ਜਿਹਾ ਗੁਰਮੁਖ ਜਿਹੜਾ ਹੈ ਸਭ ਕਾਲ, ਸਾਰੇ ਸਮਿਆਂ ਵਿੱਚ ਰਾਖੇ ਸਿਮਰਨ ਸੋ, ਆਪਣੇ ਮਨ ਨੂੰ ਸਿਮਰਨ ਨਾਲ ਜੋੜ ਕਰਕੇ ਰੱਖਦਾ। ਉਹ ਸਿਮਰਨ ਨੂੰ ਹਿਰਦੇ ਵਿੱਚ ਵਸਾਈ ਰੱਖਦਾ ਹੈ। ਮਾਲਕ ਦੀ ਯਾਦ, ਸਿਮਰਨ ਦਾ ਅਰਥ ਕੀ? ਚੇਤਾ, ਪਰਮੇਸ਼ਰ ਦਾ ਚੇਤਾ, ਵਾਹਿਗੁਰੂ ਦਾ ਚਿੰਤਨ ਸਾਰੇ ਸਮਿਆਂ ਦੇ ਵਿੱਚ ਉਹ ਰੱਖਦਾ ਹਿਰਦੇ 'ਚ। ਜੇ ਨਿਧਿਆਸਨ ਕਰੇ ਸੰਭਾਲ, ਜਿਹੜਾ ਗੁਰਮੁਖ ਨਿਧਿਆਸਨ ਨੂੰ ਸੰਭਾਲ ਕੇ ਰੱਖਦਾ। ਨਿਧਿਆਸਨ ਤੋਂ ਭਾਵ ਪਿੱਛੇ ਸਰਵਣ ਕਰ ਲਿਆ ਹੈ ਕਿ ਨਿਧਿਆਸਨ ਕਿਹਨੂੰ ਕਹਿੰਦੇ ਨੇ। ਮਨ ਦੀਆਂ ਬਿਰਤੀਆਂ ਨੂੰ ਰੋਕ ਕਰਕੇ, ਸੰਜੋ 'ਚ ਰਾਹ ਕਰਕੇ ਮਾਲਕ ਦੇ ਸਿਮਰਨ ਵਿੱਚ ਜੋੜਨਾ, ਕਮਾਈ ਕਰਨੀ ਨੂੰ ਨਿਧਿਆਸਨ ਆਖਿਆ ਜਾਂਦਾ। ਸੋ ਇਸ ਤਰੀਕੇ ਦੇ ਨਾਲ, ਸੋ ਜੇ ਨਿਧਿਆਸਨ ਕਰੇ ਸੰਭਾਲ, ਜੇਕਰ ਇਸ ਤਰੀਕੇ ਨਾਲ ਨਿਧਿਆਸਨ ਕਰਦਾ ਹੋਵੇ, ਨਾਮ ਨੂੰ ਸੰਭਾਲਣਾ ਕਰੇ। ਸੁਨ ਹੈ
ਵਿਚਾਰਹਿ ਲੱਗਿਓ ਕਮਾਵਨ ਤਨ ਮਨ ਤੇ ਹੋਵਹਿ ਬਹੁ ਪਾਵਨ। ਸੁਣ ਕੇ ਵਿਚਾਰ ਕੇ ਫਿਰ ਲੱਗਿਓ ਕਮਾਵਣ, ਕਮਾਉਣ ਲੱਗ ਪਿਆ। ਜਿਨੇ ਇਸ ਤਰ੍ਹਾਂ ਕੀਤਾ, ਨਾ ਸੁਣ ਕੇ ਮੰਨਿਆ, ਸੁਣਿਆ ਮੰਨਿਆ, ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ। ਜਿਨੇ ਆ ਜੁਗਤੀ ਸਿੱਖ ਲਈ, ਉਹ ਗੁਰਮੁਖ ਜਨ ਫਿਰ ਤਨ ਮਨ ਤੇ ਹੋਵੇ ਬਹੁ ਪਾਵਨ। ਤਨ ਕਰਕੇ ਮਨ ਕਰਕੇ ਬਹੁਤ ਪਾਵਨ ਪਵਿੱਤਰ ਹੋ ਜਾਂਦਾ ਹੈ, ਸ਼ੁੱਧ ਨਿਰਮਲ ਜੀਵਨ ਵਾਲਾ ਬਣ ਜਾਂਦਾ ਹੈ। ਸੋ ਬੜਵਾ ਨਲ ਭਈ ਪ੍ਰਕਾਸ਼ ਰਹਿ ਸਿੰਧ ਜਲ ਕਰ ਹੈ ਬਿਨਾਸ਼। ਉਹ ਸਮਝੋ ਕਿ ਬੜਵਾ ਨਾਲ ਪ੍ਰਕਾਸ਼ ਅੰਦਰ ਹਿਰਦੇ ਵਿੱਚ ਬ੍ਰਹਮ ਅਗਨ ਪੈਦਾ ਹੋ ਗਈ। ਇੱਥੇ ਬੜਵਾ ਨਾਲ ਸਮੁੰਦਰ ਦੀ ਅੱਗ ਦਾ ਜ਼ਿਕਰ ਕੀਤਾ ਹੈ, ਜਿਹਨੂੰ ਪਹਿਲਾਂ ਤੜਤਾ ਆਖਿਆ। ਸੋ ਬੜਵਾ ਨਾਲ ਭਈ ਪ੍ਰਕਾਸ਼, ਉਹ ਬੜਵਾ ਸਮੁੰਦਰ ਦੀ ਅੱਗ ਪ੍ਰਕਾਸ਼ ਪ੍ਰਗਟ ਹੋਈ। ਰਹੇ ਸਿੰਧ, ਰਹਿੰਦੀ ਸਮੁੰਦਰ ਵਿੱਚ, ਜਲ ਕਰੇ ਵਿਨਾਸ਼। ਆਪ ਨਹੀਂ ਬੁਝਦੀ, ਪਰ ਉਹ ਸਮੁੰਦਰ ਦੇ ਪਾਣੀ ਨੂੰ ਵਿਨਾਸ਼ ਕਰਦੀ ਹੈ। ਜਲ ਬ੍ਰਿੰਦਨ ਤੇ ਬੁਝੈ ਸੋ ਨਾਹੀ, ਜਲ ਪਾਪਨ ਨਿਤ ਕਰਤੀ ਦਾਹੇ। ਅਨੇਕਾਂ ਭੈੜੇ ਸੰਕਲਪਾਂ ਦੇ ਜਲ ਦੇ ਨਾਲ ਉਹ ਅੱਗ ਨਹੀਂ ਬੁਝਦੀ, ਜਿਹੜੀ ਬ੍ਰਹਮ ਅਗਨ ਅੰਦਰ ਪੈਦਾ ਹੋ ਗਈ, ਜਿਸ ਦਾ ਜ਼ਿਕਰ ਬਾਣੇ 'ਚ ਥਾਵਾਂ ਥਾਵਾਂ ਕਿਤੇ ਕੀਤਾ ਹੈ। ਬ੍ਰਹਮ ਅਗਨ ਸਹਿਜੇ ਪਰਜਾਲੀ ਤਾਂ ਏਕੇ ਚੋਟ ਸਜਾਇਆ। ਪਰਜਾਲੀ ਦਾ ਅਰਥ ਵਿਸ਼ੇਸ਼ ਕਰਕੇ ਬਲ ਗਈ ਬ੍ਰਹਮ ਅਗਨ। ਸੋ ਉਹ ਜਿਹੜੀ ਬੜਵਾ ਅਗਨ ਬ੍ਰਹਮ ਅਗਨ ਹੈ, ਜਲ ਬ੍ਰਿੰਦਨ ਤੇ ਬੁਝੇ ਸੋ ਨਾਹੇ। ਬੇਅੰਤ ਵਿਕਾਰਾਂ ਰੂਪੀ ਪਾਣੀ ਪਈ ਜਾਵੇ, ਉਹ ਨਹੀਂ ਬੁਝਦੀ। ਜਿਹੜੀ ਅੰਦਰ ਅੱਗ ਬਲ ਗਈ ਨਾ ਗੁਰੂ ਦੇ ਗਿਆਨ ਦੀ, ਸਤਿਗੁਰੂ ਦੀ ਸਿੱਖਿਆ ਦੀ। ਜਲ ਪਾਪਨ ਨਿਤ ਕਰਤੀ ਦਾਹੇ, ਜਿਹੜੇ ਵਿਕਾਰਾਂ ਰੂਪੀ ਸਾਰੇ ਪਾਪ ਨੇ ਜਲਦੀ ਨਿਆਈ, ਉਹ ਉਹਨਾਂ ਸਾਰਿਆਂ ਨੂੰ ਦਾਹ ਕਰ ਦਿੰਦੀ, ਸਾੜ ਦਿੰਦੀ ਹੈ। ਤਥਾ ਸਥਿਰ ਹੋਵਹਿ ਨਿਤ ਗਿਆਨ, ਸ਼੍ਰੀ ਸਤਿਗੁਰ ਤੇ ਸੁਨ ਕਰ ਕਾਨ। ਤਥਾ ਤੇਵੇ ਹੀ ਸਥਿਰ ਹੋਵੇ ਨਿਤ ਗਿਆਨ। ਹਿਰਦੇ ਵਿੱਚ ਗੁਰੂ ਦਾ ਗਿਆਨ, ਜਿਹਨੂੰ ਆਤਮ ਗਿਆਨ ਆਖਿਓ, ਫਿਰ ਸਥਿਰ ਹੋ ਜਾਂਦਾ, ਪੱਕਾ ਹੀ ਟਿਕ ਜਾਂਦਾ। ਇਹ ਨਹੀਂ ਕਿ ਕਦੀ ਝਲਕਾਰਾ ਮਾਰ ਗਿਆ ਤੇ ਕਦੀ ਚਲੇ ਗਿਆ, ਕਦੀ ਆ ਗਿਆ। ਉਹ ਪੱਕਾ ਹੀ ਸਥਿਰ ਹੋ ਜਾਂਦਾ ਹੈ। ਸ਼੍ਰੀ ਸਤਿਗੁਰ ਤੇ ਸੁਣ ਕਰ ਕਾਲ, ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਕੰਨਾਂ ਦੁਆਰਾ ਉਪਦੇਸ਼ ਸੁਣ ਕਰਕੇ ਉਹ ਅੰਤਰ ਆਤਮੇ ਦਾ ਗਿਆਨ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ, ਵਸ ਜਾਂਦਾ ਹੈ। ਔਰ ਸਾਖਿਆਤ ਕਰ ਜਿਨ ਕੀਨਾ, ਨਭ ਸਭ ਸਮ ਮਹਿ ਬ੍ਰਹਮ ਸੋਚੀਨਾ। ਤੇ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ, ਔਰ ਹਿਰਦੇ 'ਚ ਸਾਖਿਆਤਕਾਰ ਹੁੰਦਾ, ਸਾਖਸ਼ਾਤ ਪ੍ਰਤੱਖ, ਪ੍ਰਤੱਖ ਪਰਮੇਸ਼ਰ ਨੂੰ ਕਰ ਲਿਆ। ਜਿਨ੍ਹਾਂ ਨੇ ਪਰਮੇਸ਼ਰ ਨੂੰ ਹਿਰਦੇ 'ਚ ਸਖਿਆਤਕਾਰ ਕਰ ਲਿਆ, ਪ੍ਰਤੱਖ ਕਰ ਲਿਆ, ਪ੍ਰਸਿੱਧ ਕਰ ਲਿਆ। ਨਭ ਸਮ ਸਭ ਮੈਂ ਬ੍ਰਹਮ ਸੋਚੀ। ਜਿਨ੍ਹਾਂ ਦੇ ਹਿਰਦੇ ਵਿੱਚ ਪੈਦਾ ਨਹੀਂ ਨਾ ਹੋਇਆ, ਉਹਨਾਂ ਨੂੰ ਕਿਤੇ ਨਹੀਂ ਦਿਸਦਾ। ਤੇ ਜਿਨ੍ਹਾਂ ਦੇ ਹਿਰਦੇ ਵਿੱਚ ਸਾਖਿਆਤਕਾਰ ਹੋ ਗਿਆ, ਉਹਨਾਂ ਨੂੰ ਨਭ ਸਮ, ਆਕਾਸ਼ ਦੀ ਤਰ੍ਹਾਂ, ਆਕਾਸ਼ ਦੇ ਸਮ ਵਾਂਗ, ਸਭ ਮੈਂ ਸੋ ਬ੍ਰਹਮ ਚੀਨਾ। ਸਾਰਿਆਂ ਨੂੰ ਬ੍ਰਹਮ ਹੀ, ਪਰਮੇਸ਼ਰ ਹੀ ਦਿਸਦਾ ਹੈ। ਬ੍ਰਹਮ ਨੂੰ ਚੀਨ ਲਿਆ, ਜਾਣ ਲਿਆ ਹੈ। ਸਾਰੇ ਥਾਵਾਂ ਤੇ ਫਿਰ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਬ੍ਰਹਮ ਦੀਸੇ ਬ੍ਰਹਮ ਸੁਣੀਏ, ਏਕ ਏਕ ਵਖਾਣੀ, ਆਤਮ ਪਸਾਰਾ ਕਰਨ ਹਾਰਾ, ਏਕ ਬਿਨਾ ਨਹੀਂ ਜਾਣ। ਸਾਰੇ ਥਾਵਾਂ ਤੇ ਜੈ ਜੈ ਪੇਖੋ ਤਹਿ ਹਜੂਰ, ਦੂਰ ਕਤੋ ਨਾ ਜਾਈ। ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆ। ਜਤਰ ਤਤਰ ਦਿਸਾ ਵਿਸਾ, ਹੋਏ ਫੈਲਿਓ ਅਨਰਾਗ। ਉਹ ਪ੍ਰੇਮ ਰੂਪ ਹੋ ਕੇ ਸਾਰੇ ਥਾਵਾਂ ਤੇ ਪਰਿਪੂਰਨ ਵਿਆਪਕ ਹੋ ਰਿਹਾ ਹੈ। ਉਹਨਾਂ ਗੁਰਮੁਖ ਜਨਾਂ ਨੂੰ ਸਾਰੇ ਥਾਵਾਂ ਤੇ ਦਿਸ ਪੈਂਦਾ ਹੈ। ਜਾਂ ਤੇ ਪ੍ਰਥਮ ਸ਼ਰਵਨ ਤੁਮ ਕਰੋ, ਮਨਨ ਬਹੁਰ ਨਿਦ ਆਸਨ ਧਰੋ। ਇਸ ਵਾਸਤੇ ਪਹਿਲਾਂ ਤੁਸੀਂ ਸਰਵਨ ਕਰੋ, ਫਿਰ ਦੂਜੇ ਨੰਬਰ ਤੇ ਮੰਨਨ ਕਰੋ, ਤੀਜੇ ਨੰਬਰ ਤੇ ਨਿਧਿਆਸਨ ਕਮਾਈ ਕਰਿਆ ਕਰੋ। ਔਰ ਸਾਖਿਆਤ ਕਾਰ ਹੋਏ ਜਾਏ, ਜਨਮ ਮਰਨ ਦੁਖ ਅਲਖ ਬਿਲਾਏ। ਫਿਰ ਪ੍ਰਮਾਤਮਾ ਵਾਹਿਗੁਰੂ ਆਤਮਾ ਤੁਹਾਡਾ ਸਖਿਆਤਕਾਰ ਹੋ ਜਾਵੇਗਾ, ਤੇ ਜੰਮਣ ਮਰਨ ਦਾ ਜਿਹੜਾ ਅਖਲ ਦੁੱਖ ਹੈ ਨਾ, ਅਖਲ ਹੁੰਦਾ ਸਮੂਹ ਸਾਰਾ, ਅਖਲ ਭਵਨ ਕੇ ਸਿਰਜਣਹਾਰੇ।
ਅਕਲ ਸਾਰਾ ਜਿਹੜਾ ਦੁੱਖ ਹੈ ਨਾ ਬਿਲਾਏ ਹੁੰਦਾ, ਬਿਲਾ ਜਾਣਾ, ਨਾਸ਼ ਹੋ ਜਾਣਾ, ਭੱਜ ਜਾਣਾ। ਸਾਰੇ ਦੁੱਖ ਜੰਮਣ ਮਰਨ ਦੇ ਵੱਡੇ ਜਿਹੜੇ ਦੁੱਖ ਨੇ ਉਹ ਸਾਰੇ ਨਾਸ਼ ਹੋ ਜਾਣਗੇ। ਜੀਵਨ ਮੁਕਤ ਹੋਏ ਵਿਚਰੈ ਹੋ, ਪ੍ਰਲੈ ਕਾਲ ਕੀ ਅਗਨ ਜਿਮੈ ਹੋ। ਫਿਰ ਤੁਸੀਂ ਜੀਵਨ ਮੁਕਤ ਅਵਸਥਾ ਦੇ ਧਾਰਨੀ ਹੋ ਕੇ ਸੰਸਾਰ ਮੰਡਲ ਦੇ ਅੰਦਰ ਵਿਚਰਨਾ ਕਰੋਗੇ, ਆਪਣੀ ਸਵੈ ਇੱਛਾ ਅਨੁਸਾਰ ਵਿਚਰੋਗੇ। ਜਿਸ ਤਰ੍ਹਾਂ ਜਿਹੜੀ ਪਰਲੇ ਕਾਲ ਹੈ ਨਾ, ਪਰਲੋ ਜਦੋਂ ਆਉਂਦੀ ਕਾਲ, ਪਰਲੋ ਦਾ ਸਮਾਂ, ਉਹ ਸਮਾਂ ਜਦੋਂ ਪਰਲੋ ਆਉਂਦੀ ਹੈ, ਪਰਲੋ ਦੀ ਅਗਨ ਜਿਵੇਂ ਹੈ, ਜਿਵੇਂ ਜਦੋਂ ਪਰਲੋ ਆਵੇ ਅਗਨ ਦੀ ਪਰਲੋ, ਪਰਲੋ ਨੂੰ ਕਈ ਤਰ੍ਹਾਂ ਦੀ ਹੁੰਦੀ, ਪਾਣੀ ਦੀ ਪਰਲੋ ਵੀ ਹੁੰਦੀ, ਹਵਾ ਦੀ ਪਰਲੋ ਵੀ ਹੁੰਦੀ ਹੈ, ਅੱਗ ਦੀ ਪਰਲੋ ਵੀ ਹੁੰਦੀ ਹੈ, ਭੁਚਾਲ ਦੀ ਪਰਲੋ ਵੀ ਆਉਂਦੀ ਹੈ। ਸੋ ਜਦੋਂ ਅਗਨ ਦੀ ਪਰਲੋ ਆਉਂਦੀ ਹੈ, ਸੋ ਇਸੇ ਤਰ੍ਹਾਂ ਹੀ ਉਹ ਗੁਰਮੁਖ ਜਨ ਪਰਲੇ ਕਾਲ ਕੀ ਅਗਨ ਜਿਵੇਂ ਹੈ, ਜਿਵੇਂ ਪਰਲੋ ਦੀ ਅੱਗ ਜਿਹੜੀ ਹੈ, ਪਰਲੋ ਦੇ ਸਮੇਂ ਦੀ, ਕਾਲ ਦੀ, ਉਹ ਜਿੱਧਰ ਜਾਂਦੀ ਹੈ ਆਪਣੀ ਮਰਜ਼ੀ ਅਨੁਸਾਰ ਉਹ ਸਾੜੀ ਜਾਂਦੀ, ਤਬਾਹ ਕਰੀ ਜਾਂਦੀ। ਉਹਨੇ ਕਿੰਨੇ ਜੀਵਾਂ ਨੂੰ ਭਖਣ ਕਰਨਾ, ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ। ਕਾਲ ਦੀ ਅੱਗ ਜਦੋਂ ਬਲਦੀ ਹੈ, ਪਿੰਡਾਂ ਦੇ ਪਿੰਡ ਤਬਾਹ ਕਰ ਦਿੰਦੀ, ਵੱਡੇ ਵੱਡੇ ਸ਼ਹਿਰ ਗਰਕ ਕਰ ਦਿੰਦੀ, ਜਦੋਂ ਕਾਲ ਦੀ ਅੱਗ ਪ੍ਰਫੁੱਲਤ ਹੋਵੇ। ਇਸੇ ਤਰ੍ਹਾਂ ਹੀ ਜਿਵੇਂ ਕਾਲ ਦੀ ਅੱਗ ਨੂੰ ਕੋਈ ਰੋਕ ਟੋਕ ਨਹੀਂ ਨਾ ਪੈਂਦੀ, ਪਰਲੋ ਦੀ ਅੱਗ ਨੂੰ, ਇਸੇ ਤਰ੍ਹਾਂ ਜਿਹੜਾ ਬ੍ਰਹਮ ਅਵਸਥਾ ਵਿੱਚ ਵਿਚਰਦਾ ਗੁਰਮੁਖ ਹੈ ਉਹ ਜੀਵਨ ਮੁਕਤ ਹੁੰਦਾ ਹੈ। ਉਹ ਆਪਣੀ ਸਵੈ ਇੱਛਾ ਅਨੁਸਾਰ ਵਿਚਰਦਾ ਹੈ, ਉਹਨੂੰ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਜਿਹੜੀ ਹੈ ਉਹ ਨਹੀਂ ਹੋਣਾ ਕਰਦੀ। ਸਰਬ ਭਸਮ ਕਰ ਆਪੇ ਰਹੈ, ਬ੍ਰਹਮ ਰੂਪ ਮਹਿ ਇਕ ਤਾਲ ਹੈ। ਤੇ ਜਿਹੜੀ ਪਰਲੇ ਕਾਲ ਦੀ ਅਗਨ ਹੈ, ਸਾਰਿਆਂ ਨੂੰ ਭਸਮ ਕਰਕੇ ਸਾੜ ਕੇ ਆਪ ਜਿਹੜੀ ਹੈ ਉਹ ਬਲਦੀ ਰਹਿੰਦੀ, ਆਪ ਜੀਵਤ ਰਹਿੰਦੀ ਹੈ। ਇਸੇ ਤਰ੍ਹਾਂ ਹੀ ਜਿਹੜਾ ਗੁਰਮੁਖ ਜਨ ਹੈ ਉਹ ਸਾਰੇ ਵਿਕਾਰਾਂ ਨੂੰ ਭਸਮ ਕਰ ਦਿੰਦਾ ਹੈ। ਬ੍ਰਹਮ ਰੂਪ ਮੈਂ ਇਕਤਾ ਲੈ, ਜੋ ਬ੍ਰਹਮ ਸਰੂਪ ਅਕਾਲ ਪੁਰਖ ਪਰਮੇਸ਼ਰ ਆਪ ਹੀ ਹੈ। ਉਸ ਪਰਮੇਸ਼ਰ ਦੇ ਵਿੱਚ ਫਿਰ ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੇ। ਅੰਦਰੋਂ ਦੁਬਦਾ ਖਤਮ ਕਰਕੇ ਮਾਲਕ ਵਿੱਚ ਅਭੇਦ ਹੋ ਜਾਂਦਾ, ਲੀਨ ਹੋ ਜਾਂਦਾ ਹੈ। ਵਾਹਿਗੁਰੂ ਜੀ ਦੇ ਵਿੱਚ ਸਦੀਵ ਕਾਲ ਵਾਸਤੇ ਸਮਾਈ ਹਾਸਲ ਕਰ ਲੈਂਦਾ, ਫਿਰ ਮਿਲ ਜਾਂਦਾ ਹੈ। ਅਜਿਹਾ ਮਿਲਦਾ ਹੈ ਫਿਰ ਕਦੀ ਵੀ ਵਿਛੜਦਾ ਨਹੀਂ ਹੈ। ਅਕਾਲ ਮੂਰਤ ਵਰ ਪਾਇਆ ਅਬਨਾਸੀ, ਨਾ ਕਦੇ ਮਰੇ ਨਾ ਜਾਇਆ। ਸਖੀ ਬਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ। ਇਹ ਉਹਦੇ ਘਰ ਦੀ ਮਰਿਆਦਾ, ਜਿਹਦੇ ਵਸ 'ਚ ਆ ਜਾਵੇ, ਜਿਹਨੂੰ ਨਾਲ ਮਿਲ ਲਵੇ, ਫਿਰ ਕਦੀ ਨਹੀਂ ਵਿਛੋੜਦਾ। ਇਹ ਪਾਵਨ ਸਿੱਖਿਆ ਉਪਦੇਸ਼ ਇਤਿਹਾਸ ਦੇ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਗੁਰਸਿੱਖ ਪ੍ਰੇਮੀਆਂ ਨੂੰ ਸਮਝਾਈ ਦਿੱਤੀ ਹੈ ਕਿ ਭਾਈ ਸ਼ਰਧਾ ਨਾਲ ਪਹਿਲਾਂ ਗੁਰੂ ਦਾ ਉਪਦੇਸ਼ ਪ੍ਰੇਮ ਨਾਲ ਸੁਣਿਆ ਕਰੋ, ਫਿਰ ਮੰਨਿਆ ਕਰੋ, ਫਿਰ ਇਹਦਾ ਨਿਧਿਆਸਨ ਕਰਿਆ ਕਰੋ, ਕਮਾਈ ਕਰਿਆ ਕਰੋ। ਕਮਾਈ ਦੀ ਘਾਟ ਹੈ, ਸੁਣਨ ਵਾਲੇ ਤਾਂ ਬਹੁਤ ਪਰ ਕਮਾਉਂਦਾ ਕੋਈ ਵਿਰਲਾ ਹੈ। ਸੋ ਜਿਹੜਾ ਕਮਾਵੇਗਾ ਉਹੀ ਲਾਭ ਲਹੇਗਾ, ਉਸ ਨੂੰ ਹੀ ਮਹਾਨ ਫਲ ਦੀ ਪ੍ਰਾਪਤੀ ਹੋਵੇਗੀ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਸਤਿਗੁਰੂ ਗੁਰੂ ਕੀ ਸੰਗਤ ਬਖਸ਼ਨਹਾਰ ਜੀ ਬਖਸ਼ ਲੈਣ ਅੱਗੇ ਵਾਸਤੇ ਸਮਤ ਬਖਸ਼ਣੀ। ਅੰਤਲੀਆਂ ਪੰਕਤੀਆਂ ਪੜ੍ਹ ਕਰਕੇ ਵਾਹਿਗੁਰੂ ਮੰਤਰ ਦਾ ਜਾਪ ਕਰਦਿਆਂ ਸਮਾਪਤੀ ਹੈ ਜੀ। ਜੀਵਨ ਮੁਕਤ ਹੋਏ ਵਿਚਰੈ ਹੋ, ਪ੍ਰਲੈ ਕਾਲ ਕੀ ਅਗਨ ਜਿਮੈ ਹੋ। ਸਰਬ ਭਸਮ ਕਰ ਆਪੇ ਰਹੈ, ਬ੍ਰਹਮ ਰੂਪ ਮਹਿ ਇਕ ਤਾਲ ਹੈ। ਵਾਹਿਗੁਰੂ
पार ब्रह्म ਅਬਨਾਸੀ ਅਗਨਾਸ हे पूरन हे सर्ब मैं ਦੁਖ ਭੰਜਨ ਗੁਣਤਾਸ हे संगी हे निरंकार हे ਨਿਰਗੁਣ ਸਭ ਟੇਕ हे गोविंद हे गुण निदान ਜਾ ਕੈ ਸਦਾ ਵਿਵੇਕ हे अपरंपर हर हरे ਹੈ ਪੀ ਹੋਵਨ ਹਾਰ हे संत कै सदा संग ਨੀਦਾਰਾ ਆਧਾਰ हे ठाकुर हऊँ दासरो ਮੈਂ ਨਿਰਗੁਣ ਗੁਣ ਨਹੀਂ ਕੋਏ नानक दीजै नाम दान ਰਾਖੋ ਹੀਐ ਪਰੋਏ आए प्रभ शरणागति ਕਿਰਪਾ ਨਿਦ ਦਇਆਲ एक अक्षर हार मान बसत ਨਾਨਕ ਹੋਤ ਨਿਹਾਲ वाहिगुरु नाम जहाज है ਜੜੇ ਸੋ ਉਤਰੈ ਪਾਰ जो शरदा कार सेवंदे ਗੁਰ ਪਾਰ ਉਤਾਰਨ ਹਾਰ जो शरदा कार सेवंदे ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ